पंजाबी नैशनल टीवी देख रहे दर्शकों ਨੂੰ ਮੇਰੇ ਵੱਲੋਂ ਜਾਨੀ ਕਿ ਸਵਲੀਨ ਕੌਰ ਜੱਸੜ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੁਹਾਡਾ ਮਨਪਸੰਦ ਪ੍ਰੋਗਰਾਮ ਵਿਚਾਰ ਚਰਚਾ ਲੈ ਕੇ ਇੱਕ ਵਾਰ ਫਿਰ ਤੋਂ ਤੁਹਾਡੀ ਕਚਹਿਰੀ ਦੇ ਵਿੱਚ ਹਾਜ਼ਰ ਹੋ ਗਏ ਹਾਂ। ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਵੱਖ-ਵੱਖ ਮੁੱਦਿਆਂ ਤੇ ਆਪਣੇ ਮਾਹਿਰਾਂ ਦੇ ਨਾਲ ਗੱਲਬਾਤ ਕਰਦੇ ਹਾਂ ਤੇ ਉਹਨਾਂ ਦੇ ਵਿਚਾਰ ਤੁਹਾਡੇ ਨਾਲ ਸਾਂਝੇ ਵੀ ਕਰਦੇ ਹਾਂ। ਇਸ ਵੇਲੇ ਸਟੂਡੀਓ ਦੇ ਵਿੱਚ ਮੇਰੇ ਨਾਲ ਮਾਹਿਰ ਮਹਿਮਾਨ ਮੌਜੂਦ ਨੇ ਅਵਤਾਰ ਸਿੰਘ ਸ਼ੇਰਗਿੱਲ ਜੀ ਤੇ ਅੰਮ੍ਰਿਤ ਸ਼ਰਮਾ ਜੀ। ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰ ਲੈਂਦੇ ਹਾਂ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਜੀ ਤੁਹਾਡਾ ਸਟੂਡੀਓ ਵਿੱਚ। ਸ਼ੁਕਰੀਆ ਜੀ ਸਰ ਅੱਜ ਦੀ ਗੱਲਬਾਤ ਸ਼ੁਰੂ ਕਰਦੇ ਹਾਂ ਕੱਲ ਦੀ ਮੀਟਿੰਗ ਤੋਂ। ਕਦੇ 4 ਨੂੰ ਸੱਦਦੇ ਨੇ, ਕਦੇ 8 ਨੂੰ ਤੇ ਫਿਰ 15 ਨੂੰ ਸੱਦਦੇ ਨੇ। ਗੱਲ ਕਿਸੇ ਤਣ ਪੱਤਣ ਲੱਗਦੀ ਨਹੀਂ। ਸ਼ੇਰਗਿੱਲ ਜੀ ਤੁਸੀਂ ਦੱਸੋ ਕਿ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਇਸ ਚੀਜ਼ ਨੂੰ? ਇਹ 9 ਵਾਰ ਇਦਾਂ ਹੋ ਚੁੱਕਾ ਜੀ। 7 ਵਾਰ ਪਹਿਲਾਂ ਮੀਟਿੰਗਾਂ ਹੋਈਆਂ, 8ਵੀਂ ਹੋ ਗਈ ਹੁਣ, ਤੇ ਇੱਕ ਜਿਹੜੀ ਗੈਰ ਰਸਮੀ ਸੀਗੀ ਅਮਿਤ ਸ਼ਾਹ ਗ੍ਰਹਿ ਮੰਤਰੀ ਹੋਣਾ ਨਾਲ। ਤੋ ਮੀਟਿੰਗਾਂ ਬੁਲਾ ਲੈਂਦੇ ਆ, ਕਰਦੇ ਕੁਛ ਨਹੀਂ। ਉਹ ਲੱਗਦਾ ਵੀ ਜਿੱਦਾਂ ਕਿਸਾਨਾਂ ਨੂੰ ਪਰਖਦੇ ਹੁੰਦੇ ਆ ਵੀ ਕਿਸੇ ਮੀਟਿੰਗ ਲਈ ਜਵਾਬ ਤਾਂ ਦੇਣ ਇਹ ਜੀ। ਸਾਨੂੰ ਕੋਈ ਮੌਕਾ ਮਿਲੇ ਲੋਕਾਂ ਨੂੰ ਦੱਸਣ ਲਈ ਵੀ ਦੇਖੋ ਅਸੀਂ ਤਾਂ ਹੱਲ ਕਰਨਾ ਚਾਹੁੰਦੇ ਹਾਂ ਮਸਲਾ, ਤਾਂ ਕਿਸਾਨ ਗੱਲਬਾਤ ਲਈ ਨਹੀਂ ਆਉਂਦੇ। ਪਰ ਕਿਸਾਨ ਆਗੂ ਵੀ ਜਿਹੜੇ ਮੋਹਰੇ ਅਸੀਂ ਲਾਏ ਹੋ ਆ, ਸਾਡੇ ਜਿਹੜੇ ਜਥੇਬੰਦੀਆਂ ਦੇ ਆਗੂ ਆ, ਉਹ ਵੀ ਬੜੇ ਸਿਆਣੇ ਆ। ਉਹਨਾਂ ਦਾ ਵੀ ਵਾਰ-ਵਾਰ ਇਹੀ ਕਹਿਣਾ ਵੀ ਜਿੰਨੀ ਵਾਰੀ ਮਰਜ਼ੀ ਬੁਲਾ ਲਓ, ਚਾਹੇ ਰੋਜ਼ ਬੁਲਾ ਲਓ, ਅਸੀਂ ਤਾਂ ਆਉਣਾ, ਤੁਹਾਨੂੰ ਇਹ ਮੌਕਾ ਨਹੀਂ ਦੇਣਾ। ਤੁਸੀਂ ਜਿੰਨੀਆਂ ਵੀ ਕੋਸ਼ਿਸ਼ਾਂ ਕੀਤੀਆਂ ਉਹਦੇ 'ਚ ਨਾਕਾਮ ਸਾਬਤ ਹੋਏ ਆ, ਕਰ ਦਿੱਤੇ ਗਏ ਆ, ਅੱਗੋਂ ਵੀ ਹੁੰਦੇ ਰਹੋਗੇ, ਪਰ ਤੁਹਾਨੂੰ ਕੋਈ ਮੌਕਾ ਸਫਲ ਹੋਣ ਦਾ ਦੇਣਾ ਨਹੀਂ। ਇਹਦੇ 'ਚ ਨਿਕਲੇ ਕੁਛ ਨਾ ਨਿਕਲੇ ਉਹ ਪਤਾ ਪਹਿਲਾਂ ਹੀ ਹੁੰਦਾ। ਪਰ ਇਸ ਮੀਟਿੰਗ ਤੋਂ ਉਮੀਦਾਂ ਬਹੁਤ ਸੀ, ਆਸਾਂ ਬਹੁਤ ਸੀਗੀਆਂ, ਕਿਸਾਨਾਂ ਨੂੰ ਹੀ ਨਹੀਂ, ਸਾਰੇ ਪੰਜਾਬ ਨੂੰ, ਸਾਰੇ ਦੇਸ਼ ਨੂੰ, ਵਿਦੇਸ਼ਾਂ 'ਚ ਬੈਠੇ ਕਿਸਾਨ ਹਿਤੈਸ਼ੀਆਂ ਨੂੰ। ਪਰ ਉਹੀ ਗੱਲ ਹੋਈ ਆ, ਉੱਥੇ ਦੀ ਉੱਥੇ ਹੀ ਗੱਲ ਰਹਿ ਗਈ। ਕਿਸੇ ਵੀ ਤਰ੍ਹਾਂ 1 ਸੈਕਿੰਡ ਵੀ, 1 ਕਦਮ ਵੀ ਅੱਗੇ ਨਹੀਂ ਚੱਲੀ। ਨਵੀਂ ਗੱਲ ਇਹਦੇ 'ਚ ਇਹ ਹੋਈ ਆ ਵੀ ਜਿੱਦਾਂ ਪਿਛਲੀ ਮੀਟਿੰਗ ਦੇ ਵਿੱਚ ਸਰਕਾਰ ਨੇ ਜਿਹੜੇ 3 ਮੰਤਰੀ ਆ ਡਿਪਿਊਟ ਕੀਤੇ ਆ ਗੱਲਬਾਤ ਕਰਨ ਲਈ, ਉਹ ਆਉਂਦਿਆਂ ਹੀ ਕਿਸਾਨਾਂ ਤੇ ਹਾਵੀ ਹੋ ਗਏ ਸੀਗੇ ਬਈ ਕਾਨੂੰਨ ਵਾਪਸ ਲੈਣ ਵਾਲੇ ਮੁੱਦੇ ਨੂੰ ਛੱਡ ਕੇ ਕੋਈ ਹੋਰ ਹੈਗੀ ਤਾਂ ਗੱਲ ਕਰੋ। ਆਉਂਦਿਆਂ ਹੀ ਜਿਹੜਾ ਬੰਦਾ ਹਾਵੀ ਹੋ ਜਾਏ ਨਾ ਤੇ ਉਹ ਸਾਰੀ ਮੀਟਿੰਗ 'ਚ ਹਾਵੀ ਰਹਿੰਦਾ ਹੈ। ਉਹ ਲੱਗਦਾ ਵੀ ਉਹਨਾਂ ਦੀ ਰਣਨੀਤੀ ਉਹਨਾਂ ਤੇ ਅਪਣਾਉਣ ਲਈ ਕਿਸਾਨ ਵੀ ਪੂਰੀ ਤਿਆਰੀ ਕਰਕੇ ਐਤਕੀ ਗਏ ਸੀਗੇ ਤੇ ਆਉਂਦੇ ਮੀਟਿੰਗ 'ਚ ਇਸ ਵਾਰ ਉਹਨਾਂ ਨੇ ਫਿਰ ਆਪਣਾ ਹਾਵੀਪਣਾ ਦਿਖਾ ਦਿੱਤਾ। ਕਾਨੂੰਨ ਵਾਪਸ ਲੈਣੇ ਆ ਤਾਂ ਗੱਲ ਕਰਿਓ, ਅਗਲੀ ਗੱਲ ਸਾਡੇ ਨਾਲ ਨਾ ਕਰਿਓ। ਮੰਤਰੀ ਚੁੱਪ ਹੋ ਗਏ। ਫਿਰ ਉਹਨਾਂ ਨੇ ਕਿਹਾ ਵੀ ਅਸੀਂ ਕਾਨੂੰਨ ਵਾਪਸ ਨਹੀਂ ਲੈ ਸਕਦੇ। ਸਾਫ਼ ਤੇ ਸਪਸ਼ਟ ਗੱਲ ਕੋਰੀ ਨਾ ਕਰ ਦਿੱਤੀ ਸਰਕਾਰ ਨੇ। ਹੁਣ ਕਹਿੰਦੇ ਤਾਂ ਪਹਿਲਾਂ ਵੀ ਰਹੇ ਆ। ਇੱਕ ਦਿਨ ਪਹਿਲਾਂ ਇਹਨਾਂ ਨੇ ਟਰੈਕਟਰ ਮਾਰਚ ਬਹੁਤ ਵੱਡਾ ਕੀਤਾ, ਜਿਹਦੇ ਨਾਲ ਸੀਗਾ ਵੀ ਇਹਨਾਂ ਦਾ ਦਬਾਅ ਵਧੂਗਾ, ਪ੍ਰੈਸ਼ਰ 'ਚ ਆਊਗੀ ਸਰਕਾਰ, ਪਰ ਉਹਦਾ ਵੀ ਅਸਰ ਕਿਤੇ ਦਿਸਿਆ ਨਹੀਂ, ਕਿਉਂਕਿ ਸ਼ਾਮ ਵੇਲੇ ਫਿਰ ਖੇਤੀ ਮੰਤਰੀ ਦਾ ਬਿਆਨ ਇੱਕਦਮ ਆ ਗਿਆ ਸੀਗਾ, ਕਾਨੂੰਨ ਨਹੀਂ ਵਾਪਸ ਹੋਣੇ। ਇਹਦੇ ਤੋਂ ਬਿਨਾਂ ਕੋਈ ਹੋਰ ਤੁਹਾਡੇ ਕੋਲ ਤਜਵੀਜ਼ ਹੈਗੀ ਤਾਂ ਉਹ ਕੰਸੀਡਰ ਕਰਨ ਨੂੰ, ਗੌਰ ਕਰਨ ਲਈ ਸਰਕਾਰ ਤਿਆਰ ਆ। ਕੱਲ੍ਹ ਦੀ ਮੀਟਿੰਗ ਫਿਰ ਦੇਖਾਂਗੇ ਕੀ ਹੁੰਦਾ ਆ। ਦੇਖੋ ਹਰੇਕ ਮੀਟਿੰਗ ਦੇ ਵਿੱਚ ਇੱਕ ਦਿਨ ਪਹਿਲਾਂ ਕਹਿ ਜ਼ਰੂਰ ਦਿੰਦੇ ਆ, ਇੱਕ ਦਿਨ ਪਹਿਲਾਂ ਵੀ ਨਹੀਂ, ਜਦੋਂ ਮੀਟਿੰਗ ਦੀ ਅਗਲੀ ਤੈਅ ਕਰਦੇ ਦਾ ਉਦੋਂ ਹੀ ਸ਼ਾਮ ਨੂੰ ਕਹਿ ਦਿੰਦੇ ਆ ਆਸ ਹੈ ਅਗਲੀ ਮੀਟਿੰਗ 'ਚੋਂ ਕੁਛ ਨਿਕਲ ਆਊਗਾ। ਫਿਰ ਨਿਕਲਣਾ ਕੱਢਣਾ ਪਾਉਣਾ ਤੁਸੀਂ ਆ, ਕਿਸੇ ਹੋਰ ਨੇ ਤਾਂ ਕੱਢਣਾ ਨਹੀਂ ਹੈ, ਕਿਸੇ ਹੋਰ ਨੇ ਨਤੀਜਾ ਦੇਣਾ ਨਹੀਂ ਹੈਗਾ। ਬਾਹਰਲੇ ਬੰਦਿਆਂ ਨੇ ਕਿਸੇ ਨੇ ਕਹਿਣਾ ਨਹੀਂ ਤੁਸੀਂ ਪਿਆ ਨਤੀਜਾ ਕਿਉਂ ਨਹੀਂ ਨਿਕਲਿਆ। ਤੁਹਾਡੇ ਹੱਥ ਸਭ ਕੁਛ ਆ। ਇੰਨਾ ਅੜੀਅਲ ਰਵੱਈਆ ਵੀ ਲੋਕਤੰਤਰ ਦੇ ਰੂਪ 'ਚ ਚੁਣੀ ਹੋਈ ਸਰਕਾਰ ਨੂੰ ਸ਼ੋਭਾ ਨਹੀਂ ਦਿੰਦਾ। ਇਹ ਸਾਰੇ ਦੁਨੀਆ ਦੇ ਵਿੱਚ ਮੈਸੇਜ ਇੰਨਾ ਗਲਤ ਔਰ ਇੰਨਾ ਨੈਗੇਟਿਵ ਜਾ ਰਿਹਾ ਇਸ ਸਰਕਾਰ ਪ੍ਰਤੀ ਵੀ ਅੱਜ ਤੱਕ ਜਦੋਂ ਵੀ ਦੇਖਿਆ ਜਾਵੇ ਨਾ, ਕਦੇ ਵੀ ਧਰਨੇ ਪ੍ਰਦਰਸ਼ਨ ਜਿੰਨੇ ਵੀ ਭਾਰਤ ਦੇ ਇਤਿਹਾਸ 'ਚ ਹੋਏ ਆ, ਬੇਸ਼ੱਕ ਉੱਥੇ ਸਰਕਾਰਾਂ ਨੂੰ ਨਿਭਣਾ ਪਿਆ ਹੋਵੇ, ਚਾਹੇ ਸਰਕਾਰ ਨੂੰ ਦਬਾਅ ਹਟਾਉਣਾ ਪਿਆ ਹੋਵੇ, ਪਰ ਉੱਥੇ ਜੇ ਸਹੀ ਮਾਇਨਿਆਂ ਦੇ ਵਿੱਚ ਸਹੀ ਮੰਤਵ ਨੂੰ ਲੈ ਕੇ ਧਰਨੇ ਪ੍ਰਦਰਸ਼ਨ ਕੀਤੇ ਗਏ ਆ ਤਾਂ ਉਹਦਾ ਰਿਜ਼ਲਟ ਜ਼ਰੂਰ ਨਿਕਲਿਆ ਆ ਔਰ ਉਹ ਸਰਕਾਰ ਨੂੰ ਉੱਥੇ ਉਹਨਾਂ ਦੀ ਗੱਲ ਮੰਨਣੀ ਵੀ ਪਈ ਆ। ਪਰ ਇਹ ਪਹਿਲੀ ਵਾਰ ਆ ਭਾਰਤ ਦੇ ਇਤਿਹਾਸ 'ਚ ਵੀ ਇਸ ਤਰੀਕੇ ਨਾਲ ਸਰਕਾਰ ਪੂਰੀ ਤਰ੍ਹਾਂ ਅੜੀਅਲ ਬਣੀ ਹੋਈ ਆ। ਮੈਂ ਇੱਕ ਗੱਲ ਤੋਂ ਹੋਰ ਵੀ ਹੈਰਾਨ ਹੁੰਨਾ, ਜਦੋਂ ਪਿਛਲੇ ਸਮੇਂ ਦੇ ਵਿੱਚ ਟੈਕਨੋਲੋਜੀ ਹੁਣ ਤਾਂ ਬਹੁਤ ਹਾਈ ਲੈਵਲ 'ਤੇ ਚੱਲ ਗਈ ਆ, ਉਦੋਂ ਟੈਕਨੋਲੋਜੀ ਨਹੀਂ ਹੁੰਦੀ ਸੀਗੀ, ਸੋਸ਼ਲ ਮੀਡੀਆ ਦਾ ਤਾਂ ਕਿਤੇ ਨਾ ਹੀ ਹੈ ਨਹੀਂ ਸੀ, ਪਤਾ ਨਹੀਂ ਸੀ ਲੱਗਦਾ ਸਰਕਾਰ ਕਰਦੀ ਕੀ ਆ ਕੀ ਨਹੀਂ ਕਰਦੀ ਆ। ਹੁਣ ਤਾਂ ਜੇ ਮਾੜਾ ਜਿਹਾ ਕਿਤੇ ਫੋਨ ਵੀ ਅੰਦਰੋਂ ਕਰ ਲੈਣ ਵੀ ਕਿਹਨੂੰ ਕੀਤਾ ਤਾਂ ਪਤਾ ਲੱਗ ਜਾਂਦਾ ਵੀ ਇਹ ਤਾਂ ਵੀ ਡਾਇਰੈਕਸ਼ਨ ਕਿਸੇ ਹੋਰ ਤੋਂ ਲੈ ਰਹੇ ਆ, ਉਹ ਵੀ ਬਾਹਰ ਆ ਜਾਂਦੀ ਗੱਲ। ਤਾਂ ਕਈ ਵਾਰੀ ਤਾਂ ਅੰਦਰਲੀ ਤਕਰੀਬਨ ਸਾਰੀ ਗੱਲ ਹੀ ਬਾਹਰ ਨਿਕਲ ਆਉਂਦੀ ਆ। ਅੱਗੇ ਮੀਟਿੰਗਾਂ 'ਚ ਪਤਾ ਨਹੀਂ ਸੀ ਹੁੰਦਾ, ਪਰ ਉਦੋਂ ਦੌਰ ਇਦਾਂ ਦਾ ਸੀਗਾ ਵੀ ਜੇ ਕੋਈ ਗੱਲ ਸਰਕਾਰ ਦੀ ਕਿਸੇ ਵਰਗ ਨੂੰ, ਕਿਸੇ ਜਥੇਬੰਦੀ ਨੂੰ, ਕਿਸੇ ਸੰਗਠਨ ਨੂੰ ਚੰਗੀ ਨਾ ਲੱਗੇ ਨਾ, ਔਰ ਉਹ ਜੇ ਆਪਣੀ ਤਿਆਰੀ ਕਰਦਾ ਹੋਵੇ ਉਹਦੇ ਖਿਲਾਫ ਪ੍ਰਦਰਸ਼ਨ, ਧਰਨਾ, ਮੁਜ਼ਾਹਰਾ, ਵਿਖਾਵਾ ਕਰਨ ਦੀ, ਤੇ ਸਰਕਾਰ ਦੀ ਵੀ ਤਿਆਰੀ ਹੋ ਜਾਂਦੀ ਸੀਗੀ ਵੀ ਇਹ ਨਾ ਹੀ ਕਰੇ ਤੇ ਚੰਗਾ ਆ, ਸਾਡੇ ਖਿਲਾਫ ਜਾਣੀ ਗੱਲ, ਰੌਲਾ ਰੱਪਾ ਪਊਗਾ, ਇੱਕ ਪਤਾ ਨਹੀਂ ਹੋਰ ਇਹਦੇ ਹੋਰ ਕਿਸ ਲੈਵਲ 'ਤੇ ਜਾਊਗੀ, ਇੱਥੋਂ ਤੱਕ ਨਾ ਪਹੁੰਚ ਜਾਏ, ਕਿਤੇ ਦੰਗੇ ਫਸਾਦ ਨਾ ਹੋ ਜਾਣ। ਤਾਂ ਸਰਕਾਰ ਇੱਦਾਂ ਡਰਦੀ ਹੁੰਦੀ ਸੀ ਅੱਗੇ। ਉਹਨੂੰ ਇਸ ਨੂੰ ਡਿਫਿਊਜ਼ ਕਰਨ ਲਈ ਕੋਸ਼ਿਸ਼ ਸ਼ੁਰੂ ਤੋਂ ਆਰੰਭ ਹੋ ਜਾਂਦੀ ਆ, ਜਦੋਂ ਤੱਕ ਧਰਨਾ ਪ੍ਰਦਰਸ਼ਨ ਤੱਕ ਗੱਲ ਪਹੁੰਚਦੀ ਆ।
ਪਰ ਇਸ ਸਰਕਾਰ ਦੇ ਬਾਰੇ ਜਾਈਏ ਵੀ ਇਹਨੇ ਕਿਸੇ ਸ਼ੁਰੂਆਤ ਤੋਂ ਲੈ ਕੇ ਐਂਡ ਤੱਕ ਉਸ ਅੰਦੋਲਨ ਨੂੰ ਡਿਫਿਊਜ਼ ਕਰਨ ਦੀ ਕੋਈ ਇਹੋ ਜਿਹੀ ਕੋਸ਼ਿਸ਼ ਨਹੀਂ ਕੀਤੀ। ਬਾਰ-ਬਾਰ ਮੀਟਿੰਗਾਂ ਸੱਦ ਲੈਣੀਆਂ ਔਰ ਮੁੜ ਕੇ ਉਹਨਾਂ ਦਾ ਉਹੀ 2 ਘੰਟੇ 3 ਘੰਟੇ 4 5 6 ਘੰਟੇ ਵੀ ਚੱਲੀਆਂ ਮੀਟਿੰਗਾਂ, ਪਰ ਉਹਦਾ ਜਾਂ ਨਤੀਜਾ ਕੁਝ ਨਹੀਂ ਨਿਕਲਣਾ। ਗੱਲ ਉੱਥੇ ਅੜੀ ਰਹਿਣੇ ਵੀ ਹੁਣ ਅੜ ਗਏ ਜੀ ਅਸੀਂ ਜੀ। ਨਵੀਂ ਤਜਵੀਜ਼ ਤਾਂ ਹੀ ਉਹ ਰੱਖਣ ਕੋਈ ਜੇ ਉਹਨਾਂ ਨੇ ਪੁਰਾਣੀ ਕੋਈ ਆਪਣੀ ਤੁਹਾਡੀ ਤੁਸੀਂ ਮੰਨ ਲਈ ਹੋਵੇ, ਬਿਲਕੁਲ ਫੇਰ ਹੀ ਆ ਨਾ। ਜੇ ਪਹਿਲੀਆਂ ਤਜਵੀਜ਼ਾਂ ਮੰਨ ਲਈਆਂ ਹੋਣ ਫੇਰ ਹੀ ਉਹ ਤੁਹਾਡੇ ਕੋਲ ਨਵੀਂ ਤਜਵੀਜ਼ ਰੱਖਣ, ਤੇ ਜੇ ਪਹਿਲੀਆਂ ਮੰਨ ਲੈਣ ਤਾਂ ਫੇਰ ਉਹਨੂੰ ਨਵੀਂ ਰੱਖਣ ਦੀ ਕੀ ਲੋੜ ਆ। ਉਹ ਤਾਂ ਕਹਿੰਦੇ ਜੇ ਕਾਨੂੰਨ ਵਾਪਸ ਲਾਓ ਤਾਂ ਅਸੀਂ ਘਰ ਨੂੰ ਜਾਈਏ ਜੀ। ਪਰ ਹੁਣ ਲੱਗਦਾ ਨਹੀਂ ਵੀ ਜਿਵੇਂ ਉਹਨਾਂ ਨੇ ਜਿੰਨੇ ਗੁਰਪੁਰਬ ਸੀਗੇ, ਚਾਹੇ ਪ੍ਰਕਾਸ਼ ਪੁਰਬ ਹੈ ਚਾਹੇ ਸ਼ਹੀਦੀ ਪੁਰਬ ਆ, ਉਹ ਦਿੱਲੀ ਦੇ ਸਰਹੱਦਾਂ ਤੇ ਮਨਾਏ ਆ। ਨਵਾਂ ਸਾਲ ਵੀ ਉਹਨਾਂ ਨੇ ਦਿੱਲੀ ਦੀਆਂ ਸਰਹੱਦਾਂ ਤੇ ਚੜਾਇਆ। ਤਾਂ ਮੈਨੂੰ ਲੱਗਦਾ ਆਉਣ ਵਾਲੇ ਸਮੇਂ ਦੇ ਵਿੱਚ ਜੋ ਲੋਹੜੀ ਦਾ ਤਿਉਹਾਰ ਆ, ਮੇਲਾ, ਜਿੱਥੋਂ ਤੱਕ ਕਿਸਾਨ ਆਗੂਆਂ ਦਾ ਕਹਿਣਾ ਵਿਸਾਖੀ ਦਾ ਤਿਉਹਾਰ ਵੀ ਉਹਨਾਂ ਸਰਹੱਦਾਂ ਤੇ ਹੀ ਕਿਸਾਨਾਂ ਦਾ ਲੰਘਣਾ ਆ ਔਰ ਉਹਨੂੰ ਲੰਘਾਉਣ ਲਈ ਮਜਬੂਰ ਆ, ਕਿਉਂਕਿ ਸਰਕਾਰ ਦਾ ਅੜੀਅਲ ਰਵੱਈਆ ਆ, ਟਸ ਤੋਂ ਮਸ ਨਹੀਂ ਹੋ ਰਹੀ ਆ। ਸ਼ੇਰਗਿੱਲ ਸਾਹਿਬ, ਜੇ ਇਹ ਬਜ਼ਿੱਦ ਸਰਕਾਰ ਆਪਣੀ ਜ਼ਿੱਦ ਤੇ ਅੜੀ ਹੈ ਤੇ ਫਿਰ 15 ਨੂੰ ਸੱਦ ਕੇ ਇਹਨਾਂ ਨੇ ਕਿਸਾਨਾਂ ਤੋਂ ਕੀ ਕਰਾਉਣਾ? ਮੈਂ ਉਹੀ ਦੱਸਿਆ ਨਾ, ਸੱਦਣ ਦਾ ਤਾਂ ਮੈਂ ਪਿਛਲੀ ਵਾਰ ਵੀ ਕਿਹਾ ਸੀਗਾ ਵੀ ਮੀਟਿੰਗ ਸੱਦਣ ਦੀ ਕੋਈ ਤੁਕ ਬਣਦੀ ਨਹੀਂ ਜੀ। ਸਰਕਾਰ ਚਾਹਵੇ ਤਾਂ ਕਾਨੂੰਨ ਤਾਂ ਇਹਨਾਂ ਨੇ ਬਣਾਏ ਆ, ਇਹ ਉੱਥੇ ਬੈਠੇ ਮੈਸੇਜ ਭੇਜ ਦੇਣ ਜੀ ਵੀ ਲੈ ਵੀ ਤੁਹਾਡੇ ਆ ਕਾਨੂੰਨ ਜੜੇ ਆ, ਅਸੀਂ ਫਿਲਹਾਲ ਰੋਕ ਲਾਤੀ ਆ, ਜਾਓ ਹੱਥ ਜੋੜੇ ਆ, ਘਰਾਂ ਨੂੰ ਜਾਓ ਆਪਣੇ ਜੀ। ਨਹੀਂ, ਪਰ ਉਹਨੇ ਇਹ ਸ਼ੋਅ ਕਰਨਾ ਵੀ ਅਸੀਂ ਦੇਖੋ ਹੁਣ ਮੀਟਿੰਗ ਦੁਬਾਰਾ ਸੱਦੀ ਸੀ, ਇਹ ਆਏ ਨੇ ਜੀ, ਹੋ ਸਕਦਾ ਅਸੀਂ ਮੰਨੇ ਜਾਂਦੇ। ਮੰਨਣਾ ਉਦੋਂ ਵੀ ਹੈ ਨਹੀਂ, ਉਮੀਦਾਂ ਹੁਣ ਵੀ ਹੈ ਨਹੀਂ ਕਿਸਾਨਾਂ ਨੂੰ। ਔਰ ਹੁਣ ਦੀ ਜਿਹੜੀ 15 ਦੀ ਮੀਟਿੰਗ ਰੱਖੀ ਆ, ਉਹ ਇਸ ਗੱਲ ਨੂੰ 8 ਦਿਨ ਲੇਟ ਕਰ ਦਿੱਤੀ ਆ, ਕਿਉਂਕਿ ਇਨ ਬਿਟਵੀਨ 11 ਤਰੀਕ ਨੂੰ ਸੁਪਰੀਮ ਕੋਰਟ ਦੀ ਸੁਣਵਾਈ ਆ ਜੀ। ਹੁਣ ਉੱਥੇ ਗੱਲ ਮੀਟਿੰਗ 'ਚ ਗੱਲ ਇਹ ਵੀ ਚੱਲੀ ਸੀ, ਖੇਤੀ ਮੰਤਰੀ ਸਾਹਿਬ ਕਹਿੰਦੇ ਆ ਵੀ ਤੁਸੀਂ ਸੁਪਰੀਮ ਕੋਰਟ ਜਾਓ ਜੀ। ਤਾਂ ਕਿਸਾਨਾਂ ਦਾ 2 ਟੁਕ ਜਵਾਬ ਸੀਗਾ ਵੀ ਕਾਨੂੰਨ ਸੁਪਰੀਮ ਕੋਰਟ ਨੇ ਨਹੀਂ ਬਣਾਏ ਜੀ, ਕਾਨੂੰਨ ਤੁਸੀਂ ਬਣਾਏ ਆ, ਅਸੀਂ ਤੁਹਾਡੇ ਤੋਂ ਹੀ ਕਰਾਉਣਾ ਸਾਰਾ ਕੁਝ, ਜੋ ਕਰਾਉਣਾ। ਸੁਪਰੀਮ ਕੋਰਟ ਦਾ ਸਾਡੇ ਨਾਲ ਕੋਈ ਮਤਲਬ ਹੀ ਨਹੀਂ। ਸੁਪਰੀਮ ਕੋਰਟ ਆਪਣੇ ਤੌਰ ਤੇ ਕਰਦੀ ਹੈ, ਸਨਮਾਨਯੋਗ ਆ, ਅਸੀਂ ਉਹਦਾ ਸਤਿਕਾਰ ਕਰਦੇ ਹਾਂ, ਜੋ ਵੀ ਕਰਦੀ ਆਪਣੇ ਤੌਰ ਤੇ ਕਰੀ ਜਾਵੇ, ਪਰ ਸਾਡਾ ਉੱਥੇ ਜਾਣ ਦਾ ਕੋਈ ਸਾਡੀ ਇੱਛਾ ਹੈ ਨਹੀਂ, ਨਾ ਕੋਈ ਸਾਡਾ ਮੰਤਵ ਆ। ਅਸੀਂ ਤਾਂ ਤੁਸੀਂ ਕਾਨੂੰਨ ਬਣਾਏ ਆ, ਤੁਹਾਡੇ ਤੋਂ ਹੀ ਵਾਪਸ ਕਰਾਉਣੇ ਆ। ਸੁਪਰੀਮ ਕੋਰਟ ਆਪਣੇ ਤੌਰ ਤੇ ਜੋ ਕਰਦਾ ਕਰੀ ਜਾਵੇ ਜੀ। ਸ਼ਰਮਾ ਜੀ, ਤੁਹਾਡੇ ਵੱਲ ਆਉਂਦੇ ਆ, ਕੱਲ ਦੀ ਮੀਟਿੰਗ ਨੂੰ ਤੁਸੀਂ ਕਿੱਦਾਂ ਦੇਖਦੇ ਹੋ? ਜਦੋਂ ਤੱਕ ਕਿਸਾਨ ਆਗੂ ਚੁੱਪ ਸੀ, ਉਦੋਂ ਇਹ ਸਰਕਾਰ ਤਰੀਕਾ ਮੰਗਦੀ ਸੀ, ਸਮਾਂ ਮੰਗਦੀ ਸੀ ਵੀ ਸਾਡੇ ਨਾਲ ਗੱਲ ਕਰੋ। ਹੁਣ ਜਦੋਂ ਉਹ ਗੱਲ ਕਰਨ ਲਈ ਤਿਆਰ ਨੇ, ਕਦੇ 4 ਨੂੰ ਸੱਦਦੇ, ਕਦੇ 8 ਨੂੰ, ਫਿਰ 15 ਨੂੰ ਆ ਜਾਓ, ਗੱਲ ਫਿਰ ਨਹੀਂ ਉਹਨਾਂ ਦੀ ਸੁਣਦੇ ਜੀ। ਸਵਲੀਨ ਜੀ, ਇਹ ਗੱਲ ਹਾਲੇ ਤੱਕ ਕਿਸੇ ਵੀ ਬੁੱਧੀਜੀਵੀ ਨੂੰ ਸਮਝ ਨਹੀਂ ਲੱਗੀ ਕਿ ਸਰਕਾਰ ਨੂੰ ਕਿਹੜੀ ਗੱਲ ਆ ਜਿਹੜੀ ਸਮਝ ਨਹੀਂ ਆਉਂਦੀ ਜੀ। ਕਾਨੂੰਨ ਉਹਨਾਂ ਨੇ ਬਣਾਏ ਨੇ, ਇੱਕ ਇੱਕ ਅੱਖਰ ਉਹਨਾਂ ਦਾ ਖੋਲ ਕੇ ਐਕਸਪਲੇਨ ਕਰ ਦਿੱਤਾ ਕਿਸਾਨਾਂ ਨੇ, ਇੱਕ ਵਾਰ ਨਹੀਂ ਬੜੀ ਵਾਰ ਜੀ। ਇੰਨੀ ਵਾਰ ਤਾਂ ਇੱਕ ਕਾਨੂੰਨ ਉਹਨਾਂ ਨੇ ਨਹੀਂ ਪੜ੍ਹੇ ਹੋਣੇ ਜਿਨ੍ਹਾਂ ਬੰਦਿਆਂ ਨੇ ਉਹ ਬਣਾਏ ਨੇ, ਚਾਹੇ ਉਹ ਕੋਈ ਬਿਊਰੋਕਰੈਟਸ ਨੇ, ਚਾਹੇ ਉਹਨਾਂ ਦੇ IAS ਨੇ, ਜਾਂ ਅੰਡਰ ਸੈਕਟਰੀ ਨੇ, ਜਾਂ ਸੈਕਟਰੀ ਨੇ, ਚਾਹੇ ਇਹਨਾਂ ਦੇ ਕਿਸੇ ਸਿਆਣੇ ਮੰਤਰੀ ਨੇ ਵੀ ਹੋ ਸਕਦਾ ਬਣਾਏ ਹੋਣ। ਵੈਸੇ ਹੁਣ ਤੱਕ ਇਹਨਾਂ ਦੀ ਕਿਸੇ ਗੱਲ ਤੋਂ ਲੱਗਾ ਨਹੀਂ ਕਿ ਇਹਨਾਂ ਕੋਲ ਸਿਆਣਪ ਹੈਗੀ ਆ। ਇਹ ਕਾਨੂੰਨ ਕਿਸੇ ਨੇ ਵੀ ਇੰਨੀ ਡੂੰਘਾਈ 'ਚ ਨਹੀਂ ਵਾਚੇ ਹੋਣੇ ਜਿੰਨੇ ਤਰੀਕੇ ਨਾਲ ਇਹਨਾਂ ਨੂੰ ਕਿਸਾਨ ਵਾਚ ਚੁੱਕੇ। ਇਹ ਕਿਸੇ ਵੀ ਪਾਸਿਓਂ ਕੋਈ ਵੀ ਗੱਲ ਸਮਝ ਨਹੀਂ ਆ ਰਹੀ ਕਿ ਉਹ ਇਸ ਗੱਲ ਦੇ ਉੱਤੇ ਬਜਿੱਦ ਕਿਹੜੀ ਗੱਲ ਨੂੰ ਲੈ ਕੇ, ਕਿਉਂ ਉਹ ਇਹ ਗੱਲ ਚਾਹੁੰਦੇ ਨੇ ਕਿ ਜਿਹੜੀ ਸਾਡੀਆਂ ਖੇਤੀ ਵਾਲੀਆਂ ਜਾਂ ਖਾਣ ਵਾਲੀਆਂ ਚੀਜ਼ਾਂ ਨੇ, ਉਹਨਾਂ ਦਾ ਭੰਡਾਰਨ ਜਿਹੜਾ ਆ ਉਹ ਬੇਰੋਕ ਤੇ ਬੇਹਿਸਾਬ ਤੋਂ ਕੋਈ ਵੀ ਕਰ ਸਕਦਾ ਜੀ। ਕਿਸੇ ਵੀ ਤਰੀਕੇ ਨਾਲ, ਕਿਸੇ ਵੀ ਐਂਗਲ ਤੋਂ, ਕਿਸੇ ਵੀ ਡਾਇਮੈਂਸ਼ਨ ਤੋਂ ਤੁਸੀਂ ਇਹ ਗੱਲ ਸਮਝ ਨਹੀਂ ਪਾ ਰਹੇ, ਜਾਂ ਅਸੀਂ ਸਮਝ ਨਹੀਂ ਪਾ ਰਹੇ, ਨਾ ਹੀ ਭਾਰਤ ਦਾ ਕੋਈ ਲੋਕ ਸਮਝ ਪਾ ਰਿਹਾ। ਈਵਨ ਕਿ ਵਿਦੇਸ਼ਾਂ ਦੇ ਵਿੱਚ ਵੀ ਇਹਦੀ ਪੂਰੀ ਚਰਚਾ ਹੋ ਰਹੀ ਆ ਜੀ ਕਿ ਉਹ ਸਰਕਾਰ ਇਸ ਗੱਲ ਨੂੰ ਸਿਰਫ ਔਰ ਸਿਰਫ ਕਿਹੜੀ ਜਿੱਦ ਨੂੰ ਲੈ ਕੇ ਬੈਠੀ ਆ। ਅਸੀਂ ਪਹਿਲਾਂ ਵੀ ਇਸ ਗੱਲ 'ਚ ਬਹੁਤ ਵਾਰ ਗੱਲ ਕੀਤੀ ਕਿ 2 ਹੀ ਗੱਲਾਂ ਸਾਹਮਣੇ ਆਉਂਦੀਆਂ ਨੇ, ਜਾਂ ਤੇ ਉਹ ਕਾਰਪੋਰੇਟ ਦਾ ਪੂਰਾ ਪੱਖ ਪੂਰਦੇ ਨੇ, ਤੇ ਨਾਲ ਦੀ ਨਾਲ ਉਹ ਜਿਹੜਾ BJP ਦਾ ਆਪਣਾ ਰਵੱਈਆ ਅੜੀਅਲ, ਜਿੰਨੀਆਂ ਵੀ ਉਹਨਾਂ ਨੇ ਯੋਜਨਾਵਾਂ ਸ਼ੁਰੂ ਕੀਤੀਆਂ, ਜਿੰਨੇ ਵੀ ਉਹਨਾਂ ਨੇ ਹੁਣ ਤੱਕ ਨਾਅਰੇ ਦਿੱਤੇ, ਜਿੰਨੇ ਵੀ ਉਹਨਾਂ ਨੇ ਕੰਮ ਆਰੰਭੇ ਨੇ, ਸਾਰੇ ਦੇ ਸਾਰੇ ਬੇਲੋੜੇ ਸੀ, ਬੇਜ਼ਰੂਰੀ ਸੀ, ਉਹਦਾ ਕੋਈ ਸਿੱਟਾ ਸਾਹਮਣੇ ਨਹੀਂ ਆਇਆ। ਅਸੀਂ ਵਾਰ-ਵਾਰ ਉਹਨਾਂ ਦੀ ਗੱਲ ਕਰਦੇ ਹਾਂ, ਚਾਹੇ ਉਹ ਨੋਟਬੰਦੀ ਸੀ, ਚਾਹੇ ਉਹ GST ਸੀ, ਚਾਹੇ ਉਹ CAA ਸੀ, ਚਾਹੇ ਜੰਮੂ ਕਸ਼ਮੀਰ ਦੇ ਵਿੱਚ ਉਹ 370 ਸੀ ਜੀ। ਕੁਝ ਚੀਜ਼ਾਂ ਉਹਨਾਂ ਦੀਆਂ ਕੁਝ ਹੱਦ ਤੱਕ ਠੀਕ ਵੀ ਹੋਣਗੀਆਂ, ਪਰ ਉਹ ਇੰਨੀਆਂ ਠੀਕ ਨਹੀਂ ਸੀ। ਚਾਹੇ ਉਹ ਆਪਾਂ ਸਵੱਛਤਾ ਅਭਿਆਨ ਦੀ ਵੀ ਗੱਲ ਕਰੀਏ, ਉਹਦੇ ਵਿੱਚੋਂ ਕੁੱਲ ਮਿਲਾ ਕੇ ਅਲਟੀਮੇਟਲੀ ਨਿਕਲਿਆ ਕੁਝ ਨਹੀਂ। ਇੱਦਾਂ ਹੀ ਇਹ ਕਾਨੂੰਨ, ਮੈਂ ਪਹਿਲਾਂ ਵੀ ਕਈ ਵਾਰ ਗੱਲ ਕੀਤੀ ਕਿ ਕੰਧ ਤੇ ਸਾਫ਼ ਲਿਖਿਆ ਹੋਇਆ ਕਿ ਕਿਸਾਨਾਂ ਦੇ ਵੀ ਵਿਰੋਧ 'ਚ ਨੇ, ਆਮ ਲੋਕਾਂ ਦੇ ਵੀ ਵਿਰੋਧ 'ਚ ਨੇ, ਪਰ ਸਰਕਾਰ ਦੀ ਜਿਹੜੀ ਅੜੀ ਆ ਉਹ ਬਿਲਕੁਲ ਤਰਕਹੀਣ ਆ ਜੀ। ਕਈ ਵਾਰ ਜਦੋਂ ਕਿਸਾਨ ਆਗੂ ਉਹਨਾਂ ਨੂੰ ਗੱਲ ਸਮਝਾਉਂਦੇ ਆ ਤੇ ਉੱਥੇ ਉਹ ਚੁੱਪ ਹੋ ਜਾਂਦੇ ਨੇ। ਉਹਨਾਂ ਕੋਲ ਉਹਨਾਂ ਨੂੰ ਜਵਾਬ ਦੇਣ ਲਈ ਕੋਈ ਗੱਲ ਨਹੀਂ ਆ, ਸਿਰਫ ਇੱਕੋ ਹੀ ਜਵਾਬ ਆ ਕਿ ਅਸੀਂ ਇਹ ਕਾਨੂੰਨ ਵਾਪਸ ਨਹੀਂ ਕਰਨੇ। ਉਹਦੇ ਪਿੱਛੇ ਸਿਰਫ ਔਰ ਸਿਰਫ ਇਹੀ ਗੱਲ ਸਮਝ ਆਉਂਦੀ ਆ ਕਿ 2024 ਤੱਕ ਸਾਡੇ ਕੋਲ ਲੋੜੀਂਦਾ ਬਹੁਮਤ ਹੈਗਾ, ਪਰ ਸਰਕਾਰ ਨੂੰ ਇਹ ਸਮਝ ਨਹੀਂ ਆਉਂਦੀ। ਮੈਂ ਪਹਿਲਾਂ ਵੀ ਗੱਲ ਕਈ ਵਾਰ ਕੀਤੀ ਆ ਕਿ ਸਰਕਾਰ ਨੂੰ ਇਹ ਗੱਲ ਸਮਝਣੀ ਚਾਹੀਦੀ ਕਿ ਵੋਟਾਂ ਚੰਦ ਤੋਂ ਨਹੀਂ ਪਈਆਂ। ਬਿਲਕੁਲ, ਇਹੀ ਲੋਕ ਜਿਹੜੇ ਸੜਕਾਂ ਤੇ ਖੜੇ ਨੇ, ਇਹਨਾਂ ਨੇ ਹੀ ਵੋਟਾਂ ਪਾਈਆਂ। ਇਹਨਾਂ ਨੂੰ ਹੋ ਸਕਦਾ ਇਹ ਲੱਗਦਾ ਹੋਵੇ ਕਿ ਲੋਕਾਂ ਦੀ ਜਿਹੜੀ ਗਿਣਤੀ ਆ ਉਹ ਕੁਝ ਹਜ਼ਾਰ ਜਾਂ ਕੁਝ ਲੱਖ ਨੇ, ਪਰ ਜ਼ਰੂਰੀ ਨਹੀਂ ਆ ਕਿ ਹਰ ਬੰਦਾ ਜਿਹੜਾ ਉੱਥੇ ਪਹੁੰਚਿਆ ਉਹੀ ਵਿਰੋਧ ਕਰਦਾ ਜੀ। ਕੱਲ ਉਹਨਾਂ ਨੇ ਇੱਕ ਹੋਰ ਬੜੀ
ਭੈੜੀ ਜੀ ਗੱਲ ਕੀਤੀ ਆ, ਉਹਨੂੰ ਮੈਂ ਭੈੜੀ ਗੱਲ ਹੀ ਕਹੂੰਗਾ ਕਿ ਰਾਸ਼ਟਰ ਹਿੱਤ ਦਾ ਵੀ ਧਿਆਨ ਰੱਖਣਾ ਚਾਹੀਦਾ ਜੀ। ਮੈਂ ਪੁੱਛਣਾ ਚਾਹੁੰਦਾ ਸਾਰੀ ਸਰਕਾਰ ਨੂੰ ਤੇ ਤੋਮਰ ਸਾਹਿਬ ਨੂੰ ਵੀ ਇਹ ਰਾਸ਼ਟਰ ਹਿੱਤ ਕਹਿੰਦੇ ਕਿਹਨੂੰ ਨੇ ਜੀ। ਆਪਾਂ ਇਹਦੀ ਗੱਲ ਜੇ ਆਪਾਂ ਇਹਨੂੰ ਤਫਸੀਲ ਦਈਏ ਤੇ ਰਾਸ਼ਟਰ ਹਿੱਤ ਹੁੰਦਾ ਕੀ ਆ। ਜੇ ਆਪਾਂ ਰਾਸ਼ਟਰ ਦੀ ਵੀ ਗੱਲ ਕਰੀਏ, ਰਾਸ਼ਟਰ ਹਿੱਤ ਤੋਂ ਉਰੇ ਆਪਾਂ ਦੇਸ਼ ਦੀ ਗੱਲ ਕਰ ਲਈਏ ਤੇ ਦੇਸ਼ ਜਿਹੜਾ ਆ ਉਹ 4 ਚੀਜ਼ਾਂ ਨੂੰ ਮਿਲਾ ਕੇ ਬਣਦੀ ਆ। ਜੇ ਤੁਸੀਂ ਪੋਲੀਟੀਕਲ ਸਾਇੰਸ ਪੜ੍ਹਦੇ ਸੀ ਤੇ ਸਾਨੂੰ ਸਮਝਾਇਆ ਜਾਂਦਾ ਸੀ, ਪੜ੍ਹਾਇਆ ਜਾਂਦਾ ਸੀ ਕਿ ਜਿਹੜਾ ਸਟੇਟ ਆ ਉਹ 4 ਚੀਜ਼ਾਂ ਨੂੰ ਮਿਲ ਕੇ ਬਣਿਆ ਜੀ। ਸੋਵਰੈਨਿਟੀ, ਲੋਕ, ਸਰਕਾਰ ਜੀ ਤੇ ਜ਼ਮੀਨ। ਜੀ। ਇਹਦੇ ਵਿੱਚੋਂ ਕਿਹਦੇ ਹਿੱਤ ਇਸ ਕਾਨੂੰਨ ਦੇ ਨਾਲ ਜਿਹੜੇ ਉਹ ਜੁੜੇ ਹੋਏ ਨੇ? ਜੀ ਸ਼ਰਮਾ ਜੀ, ਅਸੀਂ ਤੋਮਰ ਜੀ ਦੇ ਬਿਆਨ ਤੇ ਵਾਪਸ ਆ ਕੇ ਗੱਲ ਕਰਦੇ ਹਾਂ। ਹੁਣ ਵੇਲਾ ਹੋ ਗਿਆ ਇੱਕ ਛੋਟੀ ਜਿਹੀ ਬ੍ਰੇਕ ਦਾ, ਜਲਦ ਹਾਜ਼ਰ ਹੁੰਦੇ ਹਾਂ। ਬ੍ਰੇਕ ਤੋਂ ਬਾਅਦ ਵਿਚਾਰ ਚਰਚਾ ਦੇਖ ਰਹੇ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ। ਸ਼ਰਮਾ ਜੀ, ਅਸੀਂ ਰਾਸ਼ਟਰ ਹਿੱਤ ਦੀ ਗੱਲ ਕਰ ਰਹੇ ਸੀ ਜੀ। ਅਸੀਂ ਰਾਸ਼ਟਰ ਹਿੱਤ ਦੀ ਗੱਲ ਤਾਂ ਕਰ ਰਹੇ ਸੀ, ਪਰ ਬੀਜੇਪੀ ਦਾ ਇੱਕ ਵੱਖਰਾ ਰਾਸ਼ਟਰ ਹਿੱਤ ਸਾਨੂੰ ਸਮਝ ਲੱਗਦਾ ਜੀ। ਇਹ ਜਦੋਂ ਤੋਂ ਸਰਕਾਰ ਬਣੀ ਆ, ਇਹ ਰਾਸ਼ਟਰਵਾਦੀ, ਰਾਸ਼ਟਰ ਹਿੱਤ, ਦੇਸ਼ ਭਗਤੀ, ਦੇਸ਼ ਵਿਰੋਧੀਆਂ ਇਹਨਾਂ ਨੇ ਨਵੀਆਂ ਪਰਿਭਾਸ਼ਾਵਾਂ ਘੜਤੀਆਂ ਜੀ। ਜਿਹੜਾ ਵੀ ਬੰਦਾ ਇਹਨਾਂ ਨੂੰ ਸਵਾਲ ਪੁੱਛ ਲੈ ਉਹ ਰਾਸ਼ਟਰ ਵਿਰੋਧੀ ਹੋ ਜਾਂਦਾ। ਜਿਹੜਾ ਵੀ ਬੰਦਾ ਹਿੰਦੂਇਜ਼ਮ ਤੋਂ ਬਾਹਰ ਦੀ ਗੱਲ ਕਰੇ ਉਹ ਰਾਸ਼ਟਰ ਵਿਰੋਧੀ ਹੋ ਜਾਂਦਾ। ਜਿਹੜਾ ਵੀ ਬੰਦਾ ਇਹਨਾਂ ਦੇ ਕਿਸੇ ਵੀ ਕਾਨੂੰਨ ਨੂੰ ਰੱਦ ਕਰਨ ਦੀ ਗੱਲ ਕਰਦਾ, ਜੇ ਉਹਦੇ 'ਚ ਕੋਈ ਗਲਤੀ ਵੀ ਕੱਢਦਾ ਤੇ ਉਹ ਰਾਸ਼ਟਰ ਵਿਰੋਧੀ ਹੋ ਜਾਂਦਾ ਜੀ। ਪ੍ਰਧਾਨ ਮੰਤਰੀ ਪਿਛਲੇ 6 ਸਾਲਾਂ ਤੋਂ ਸਿਰਫ ਮਨ ਕੀ ਬਾਤ ਕਰੀ ਜਾਂਦੇ ਆ ਜੀ। ਕਿਸਾਨਾਂ ਦੀ ਗੱਲ, ਆਮ ਲੋਕਾਂ ਦੀ ਗੱਲ, ਕਿਸੇ ਹੋਰ ਦੀ ਗੱਲ ਨਹੀਂ ਸੁਣਦੇ। ਜਨ ਕੀ ਬਾਤ ਨਹੀਂ ਕਰਦੇ। ਜਨ ਕੀ ਬਾਤ ਨਹੀਂ ਕਰਦੇ। ਜਨ ਕੀ ਬਾਤ, ਚਲੋ ਮਨ ਕੀ ਬਾਤ, ਜਨ ਕੀ ਬਾਤ ਹੋ ਗਈ। ਕੋਈ ਵੀ ਇਹੋ ਜੀ ਗੱਲ ਨਹੀਂ ਕਰਦੇ ਜਿਹਦੇ 'ਚ ਲੋਕਾਂ ਦੀ ਵੀ ਸ਼ਮੂਲੀਅਤ ਹੋਵੇ ਜੀ। ਇਹੋ ਜਿਹੇ ਪਹਿਲੇ ਪ੍ਰਧਾਨ ਮੰਤਰੀ ਹੋਣਗੇ ਜਿਨ੍ਹਾਂ ਨੇ ਇੱਕ ਵੀ ਪ੍ਰੈਸ ਕਾਨਫਰੰਸ ਨਹੀਂ ਕੀਤੀ 6 ਮਹੀਨੇ 6 ਸਾਲਾਂ ਦੇ ਵਿੱਚ। ਕਿਸੇ ਨੂੰ ਵੀ ਜਵਾਬ ਦੇ ਨਹੀਂ ਹੈਗੇ ਉਹ। ਕਿ ਸਿਰਫ ਔਰ ਸਿਰਫ ਤੁਸੀਂ ਪੂਰੇ ਮੁਲਕ ਨੂੰ ਕਿਸੇ ਪਾਰਟੀਕੂਲਰ ਤਰੀਕੇ ਦੇ ਨਾਲ ਧਰਮ ਦੇ ਤੌਰ ਤੇ ਜਾਂ ਜਾਤੀ ਦੇ ਤੌਰ ਤੇ ਵੰਡ ਕੇ ਤੁਸੀਂ ਵੋਟਾਂ ਲੈਣ ਨੂੰ ਹੀ ਰਾਸ਼ਟਰਵਾਦ ਕਹਿੰਦੇ ਆ ਜੀ। ਰਾਸ਼ਟਰ ਹਿੱਤ ਦੀ ਮੈਂ ਗੱਲ ਕਰਦਾ ਸੀ ਤੇ ਇਹ ਤੋਮਰ ਸਾਹਿਬ ਨੇ ਕੱਲ ਕਿਹਾ ਕਿ ਅਸੀਂ ਇਹਨਾਂ ਕਾਨੂੰਨਾਂ ਨੂੰ ਵਾਪਸ ਨਹੀਂ ਲੈ ਸਕਦੇ। ਕੁਝ ਲੋਕ ਇਹਦੇ ਸਮਰਥਨ 'ਚ ਵੀ ਨੇ ਜੀ। 40 ਬੰਦੇ, 500 ਤੋਂ ਜ਼ਿਆਦਾ ਜਥੇਬੰਦੀਆਂ 3 ਮਹੀਨੇ ਤੋਂ ਪਹਿਲਾਂ ਪੰਜਾਬ 'ਚ ਸੀ, ਉਸ ਤੋਂ ਬਾਅਦ ਦਿੱਲੀ ਦੇ ਬਾਰਡਰ ਤੇ ਬੈਠੇ ਨੇ। ਕੌਣ ਨੇ ਉਹ ਲੋਕ ਜਿਹੜੇ ਕਾਨੂੰਨ ਦਾ ਸਮਰਥਨ ਕਰਦੇ ਨੇ? ਤੁਸੀਂ ਸਰਕਾਰ ਹੋ, ਤੁਹਾਡਾ ਵਿਗਿਆਨ ਭਵਨ ਆ, ਬੁਲਾਓ ਉਹਨਾਂ ਬੰਦਿਆਂ ਨੂੰ ਉੱਥੇ ਜੀ। ਲੈਟ them explain the laws। ਉਹ ਵੀ ਇਹਨਾਂ ਕਾਨੂੰਨਾਂ ਨੂੰ ਸਾਡੇ ਕਿਸਾਨਾਂ ਨੂੰ ਸਮਝਾ ਦੇਣ, ਜਥੇਬੰਦੀਆਂ ਨੂੰ ਸਮਝਾ ਦੇਣ ਵੀ ਭਾਈ ਚੌਧਰੀ ਤੁਸੀਂ ਇਹ ਗੱਲ ਨਹੀਂ ਸਮਝਦੇ, ਅਸੀਂ ਵੀ ਕਿਸਾਨ ਆ। ਪਤਾ ਤਾਂ ਲੱਗੇ ਵੀ ਉਹ ਲੋਕ ਕੌਣ ਨੇ ਜਿਹੜੇ ਰਾਸ਼ਟਰ ਹਿੱਤ ਦੇ ਵਿੱਚ ਵਿਰੋਧ ਨੇ। ਬਿਲਕੁਲ। ਜੇ 40 ਜਥੇਬੰਦੀਆਂ, 40-41 ਬੰਦੇ ਅੰਦਰ ਜਾਂਦੇ ਨੇ, 500 ਤੋਂ ਜ਼ਿਆਦਾ ਜਥੇਬੰਦੀਆਂ ਬਾਹਰ ਬੈਠੀਆਂ ਨੇ, ਇਹਨਾਂ ਨੂੰ ਲੱਗਦਾ ਕਿ ਇਹ ਬੰਦੇ ਥੋੜੀ ਗਿਣਤੀ 'ਚ ਨੇ ਤੇ ਬਹੁਤੇ ਲੋਕ ਇਹਨਾਂ ਕਾਨੂੰਨਾਂ ਨੂੰ ਸਹੀ ਮੰਨਦੇ ਨੇ, ਤੇ ਫਿਰ ਉਹਨਾਂ ਬੰਦਿਆਂ ਨੂੰ ਵੀ ਅਗਲੀ ਮੀਟਿੰਗ 'ਚ ਲੈ ਆਓ ਵਿੱਚ ਜੀ। ਬੁਲਾਓ, ਉਹਨਾਂ ਨੂੰ ਪਤਾ ਲੱਗੇ ਕਿ ਰਾਸ਼ਟਰਵਾਦ ਕੀ ਆ ਤੇ ਰਾਸ਼ਟਰ ਹਿੱਤ ਕੀ ਆ। ਤੇ ਪੰਜਾਬ ਦੇ, ਹਰਿਆਣੇ ਦੇ ਤੇ ਬਾਕੀ ਸਟੇਟਾਂ ਦੇ 8-9 ਸਟੇਟਾਂ ਦੇ 10 ਸਟੇਟਾਂ ਦੇ ਸਾਰੇ ਲੋਕ ਉੱਥੇ ਇਕੱਠੇ ਹੋਏ ਨੇ। ਇੱਕ ਅੱਖਰ ਮੈਂ ਦੁਬਾਰਾ ਫਿਰ ਅਨਾਉਂਸ ਗੱਲ ਤੇ ਕਿ ਸਮਝਾ ਚੁੱਕੇ ਨੇ। ਤੇ ਤੋਮਰ ਸਾਹਿਬ ਦਾ ਕਿਹੜਾ ਰਾਸ਼ਟਰ ਹਿੱਤ ਹੈ ਜਿਹੜਾ ਪੰਜਾਬ ਦੇ ਲੋਕ ਜਾਂ ਪੂਰੇ ਭਾਰਤ ਦੇ ਕਿਸਾਨ ਉਹ ਤੋੜਦੇ ਨੇ ਉਸ ਰਾਸ਼ਟਰ ਹਿੱਤ ਨੂੰ? ਗੱਲ ਕੁਛ ਨਹੀਂ ਹੈਗੀ, ਇਹਨਾਂ ਨੇ ਕੁਝ ਸ਼ਬਦ ਸਿੱਖ ਲਏ ਨੇ ਲੋਕਾਂ ਨੂੰ ਮੂਰਖ ਬਣਾਉਣ ਲਈ। ਬਿਲਕੁਲ। ਇਹ ਸਾਨੂੰ ਤੇ ਹੁਣ ਇਸ ਗੱਲ ਦੀ ਸਾਨੂੰ ਤੇ ਨਹੀਂ, ਸਾਰਿਆਂ ਨੂੰ ਸਮਝ ਨਹੀਂ ਲੱਗਦੀ ਵੀ ਇਹ ਸੰਘਰਸ਼ ਜਿਹੜਾ ਹੈ ਕਿੱਥੇ ਤੱਕ ਜਾਊਗਾ ਜੀ। ਸਤੰਬਰ ਦੇ ਸ਼ੁਰੂ ਕੀਤੇ ਸੀ ਜੀ। ਸ਼ੇਰਗਿੱਲ ਜੀ ਨੇ ਦੱਸਿਆ ਕਿ ਅਸੀਂ ਆਪਣੇ ਇੰਨੇ ਵੱਡੇ ਤਿਉਹਾਰ ਉੱਥੇ ਮਨਾਏ। ਬਿਲਕੁਲ। ਸ਼ਹੀਦੀ ਜੋੜ ਮੇਲੇ ਜਦੋਂ ਅਸੀਂ ਇੱਥੇ ਆ ਕੇ ਬਹੁਤ ਸ਼ਹਾਦਤ ਨੂੰ ਅਸੀਂ ਬੜੇ ਤਰੀਕੇ ਨਾਲ ਯਾਦ ਕਰਦੇ ਸੀ, ਉਦੋਂ ਵੀ ਅਸੀਂ ਉੱਥੇ ਬੈਠੇ ਰਹੇ। ਕੱਲ ਦੀ ਮੀਟਿੰਗ ਦੇ ਵਿੱਚ ਕਿਸਾਨ ਆਗੂਆਂ ਨੇ ਤੋਮਰ ਸਾਹਿਬ ਨੂੰ ਇਹ ਵੀ ਪੁੱਛਿਆ ਵੀ 70 ਤੋਂ ਵੱਧ ਬੰਦੇ ਸਾਡੇ ਹੁਣ ਤੱਕ ਜਾ ਚੁੱਕੇ ਨੇ ਇਸ ਦੁਨੀਆ ਤੋਂ, ਤੁਸੀਂ ਹੋਰ ਕਿੰਨਾ ਖੂਨ ਚਾਹੁੰਦੇ ਜੀ? ਕਿਹੜਾ ਰਾਸ਼ਟਰ ਹਿੱਤ ਹੈ ਜਿਹੜਾ ਇਹਨਾਂ ਕਾਨੂੰਨਾਂ ਦੇ ਨਾਲ ਹੀ ਜੁੜਿਆ ਹੋਇਆ? ਬਿਲਕੁਲ। ਇਹ ਬਿਲਕੁਲ ਬੇਵਜ੍ਹਾ ਦੀ ਇੱਕ ਜਿੱਦ ਲੈ ਕੇ ਬੈਠੀ ਹੋਈ ਹੈ ਸਰਕਾਰ, ਤੇ ਇਹ ਨਹੀਂ ਸਮਝ ਆਉਂਦੀ ਕਿ ਇਸ ਜਿੱਦ ਨੂੰ ਕਦੋਂ ਤੱਕ ਲੈ ਕੇ ਜਾਣਗੇ। ਬਿਲਕੁਲ ਸ਼ੇਰਗਿੱਲ ਜੀ ਨੇ ਦੱਸਿਆ ਕਿ ਕੱਲ ਦੀ ਮੀਟਿੰਗ ਤੋਂ ਬਹੁਤ ਜ਼ਿਆਦਾ ਆਸਾਂ ਸੀ। ਉਹਦੀ ਵਜ੍ਹਾ ਇਹ ਸੀ ਕਿ ਮੋਰੇ 26 ਜਨਵਰੀ ਆ ਰਿਹਾ ਸੀ ਜੀ। ਸਾਨੂੰ ਲੱਗਦਾ ਸੀਗਾ ਕਿ ਸਰਕਾਰ ਇਸ ਦਿਨ ਦੀ ਮਹਾਨਤਾ ਨੂੰ ਗਣਤੰਤਰ ਦੇ ਵਿੱਚ ਹੀ ਆਮ ਗਣ ਦੀ ਗੱਲ ਨੂੰ ਸਮਝਦਿਆਂ ਹੋਏ ਇਹਦਾ ਕੋਈ ਹੱਲ ਕੱਢ ਲਊਗੀ। ਉਹਨਾਂ ਨੂੰ ਇਸ ਗੱਲ ਨੂੰ ਵੀ ਸਮਝਣਾ ਚਾਹੀਦਾ ਸੀ ਕਿ ਜਿਸ ਬੰਦੇ ਨੂੰ ਤੁਸੀਂ ਚੀਫ ਗੈਸਟ ਬਣਾਇਆ ਸੀ ਉਹਨੇ ਵੀ ਨਾ ਕਰ ਦਿੱਤੀ। ਤੁਸੀਂ ਇਹਦੇ ਪ੍ਰੋਗਰਾਮ ਦੇ ਵਿੱਚ ਹੋਰ ਵੀ ਇਹੋ ਜਿਹੀਆਂ ਗੱਲਾਂ ਹੋਣਗੀਆਂ ਜਿਹਦੇ ਵਿੱਚ ਪਤਾ ਲੱਗੇਗਾ ਕਿ ਉਹ ਜਿਹੜੇ ਚੀਫ ਗੈਸਟ ਨੇ ਉਹਨਾਂ ਨੇ ਕਿਉਂ ਇਸ ਗੱਲ ਦੇ ਵਿੱਚ ਆਉਣਾ ਨਹੀਂ ਸਮਝਿਆ ਜੀ। ਪਰ ਇਹਨਾਂ ਦਾ ਜਿਹੜਾ ਗੱਲਬਾਤ ਆ ਉਹ ਸਾਡੀ ਸਾਰੀ ਸਮਝ ਤੋਂ ਬਾਹਰ ਆ। ਸਰਕਾਰ ਸਿਰਫ ਔਰ ਸਿਰਫ ਇੱਕ ਜਿੱਦ ਨੂੰ ਲੈ ਕੇ ਬੈਠੀ ਜੀ। ਸ਼ੇਰਗਿੱਲ ਸਾਹਿਬ, ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਜਿਹੜੇ ਰਾਸ਼ਟਰ ਹਿੱਤ ਦੀ ਗੱਲ ਕਰ ਰਹੇ ਨੇ, ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਉਸ ਨੂੰ? ਉਹਨਾਂ ਦਾ ਰਾਸ਼ਟਰ ਹਿੱਤ ਜਿਵੇਂ ਇਹਨਾਂ ਨੇ ਦੱਸਿਆ ਸ਼ਰਮਾ ਜੀ ਨੇ, ਉਹ ਆਪ ਦਾ ਹੀ ਘੜਿਆ ਹੋਇਆ, ਸਿਰਫ 6 ਸਾਲਾਂ ਤੋਂ ਘੜਿਆ। ਨਵਾਂ ਸ਼ਬਦ ਬਣਾਤਾ ਉਹਨਾਂ ਨੇ। ਗੱਲ ਠੀਕ ਆ ਵੀ ਉਹ ਰਾਸ਼ਟਰਵਾਦ ਦੀ ਗੱਲ ਕਰਦੇ ਆ, ਪਰ ਜਿਹੜੀ ਉਹਨਾਂ ਦੇ ਫਿੱਟ ਬੈਠਦੀ ਆ ਉਹੀ ਰਾਸ਼ਟਰਵਾਦ ਆ ਜੀ। ਜਿਹੜੇ ਤੁਹਾਡੇ ਮੇਰੇ ਜਾਂ ਆਮ ਜਨਤਾ ਦੇ ਫਿੱਟ ਬੈਠਣ ਵਾਲਾ ਰਾਸ਼ਟਰਵਾਦ ਹੈ ਨਹੀਂ, ਕੌਮੀਵਾਦ ਹੈ ਨਹੀਂ। ਉਹ ਸਿਰਫ ਆਪਣਾ ਜਿੱਥੇ ਲੈ ਕੇ ਫਾਨਾ ਠੋਕਣਾ ਹੁੰਦਾ ਵੀ ਸਾਡਾ ਹੁਣ ਰਾਸ਼ਟਰਵਾਦ ਜੀ ਖਤਰੇ 'ਚ ਪੈ ਗਿਆ ਜੀ, ਉੱਥੇ ਉਹਨਾਂ ਨੇ ਲਿਆ ਕੇ ਕਰ ਦੇਣਾ, ਚਾਹੇ ਉਹ ਕਿਸੇ ਤਰ੍ਹਾਂ ਦਾ ਵੀ ਹੋਵੇ, ਉਹਨੂੰ ਉਹਦੇ ਨਾਲ ਜੋੜ ਹੀ ਦੇਣਾ
ਫਿਰ ਚਾਹੇ ਉਹ ਸੀਏ ਨਾਲ ਹੋਵੇ, NPR ਨਾਲ ਹੋਵੇ, 370 ਨਾਲ ਹੋਵੇ, ਉਹ ਸਾਰਾ ਰਾਸ਼ਟਰਵਾਦ ਹੀ ਉਹਨਾਂ ਦਾ ਘੁੰਮਦਾ ਰਹਿੰਦਾ। ਪਰ ਤੋਮਰ ਸਾਹਿਬ ਜਿਹੜੇ ਉਹ ਕਹਿੰਦੇ ਆ ਵੀ ਕਾਨੂੰਨ ਵਾਪਸ ਨਹੀਂ ਲੈਂਦੇ ਅਸੀਂ, ਤਾਂ ਤੁਸੀਂ ਇਹਦੇ ਨਾਲ ਹੋਰ ਤਜਵੀਜ਼ ਦਿਓ ਕੋਈ ਜੀ। ਪਰ ਇਹਨਾਂ ਨੂੰ ਪੁੱਛੀਏ ਵੀ ਜਦੋਂ ਤੁਸੀਂ ਉਹਨਾਂ ਕੋਲ 10 ਤਜਵੀਜ਼ਾਂ ਭੇਜੀਆਂ ਸੀਗੀਆਂ, 7 ਕੇ 8 9 10 ਕਈ ਵਾਰੀ ਭੇਜੀਆਂ, ਤੁਹਾਡੀਆਂ ਉਹਨਾਂ ਨੇ ਸਾਰੀਆਂ ਰਿਜੈਕਟ ਕਰਤੀਆਂ ਵੀ ਸਾਡੀ ਤੇ ਗੱਲ ਇੱਕੋ ਹੀ ਅੜੀ ਆ ਵੀ ਅਸੀਂ ਉਹ ਕਾਨੂੰਨ ਵਾਪਸ ਲੈਣੇ ਆ। ਫਿਰ ਨਾਲ ਦੀ ਨਾਲ ਗੱਲ ਸੁਪਰੀਮ ਕੋਰਟ 'ਚ ਵੀ ਚੱਲ ਗਈ ਹੈ ਵੀ ਤੁਹਾਡਾ ਤਾਂ ਇਹ ਸਬਜੈਕਟ ਹੀ ਹੈ ਨਹੀਂ ਜੀ, ਸਬਜੈਕਟ ਹੈਗਾ ਸਟੇਟ ਦਾ, ਤਾਂ ਸਟੇਟ ਨੂੰ ਹੀ ਰਹਿਣ ਦਿਓ। ਹੁਣ ਤੋਮਰ ਹੁਣੀ ਵਿਚਲਾ ਰਾਹ ਲੱਭਣ ਲਈ ਕਦੇ ਧਾਰਮਿਕ ਆਗੂਆਂ ਨੂੰ ਮਿਲਦੇ ਆ, ਕਦੇ ਕਿਸੇ ਹੋਰ ਰਾਹੀਂ ਪਹੁੰਚ ਕਰਨ ਦੀ ਕੋਸ਼ਿਸ਼ ਕਰਦੇ ਆ। ਦੂਜੀ ਮੀਡੀਆ 'ਚ ਰਿਪੋਰਟਾਂ ਸੁਣੀਆਂ ਵੀ ਆਪਣੇ ਇੱਕ ਡੇਰੇ ਦੇ ਜਿਹੜੇ ਸੇਵਾਦਾਰ ਆ ਉੱਥੇ ਉਹਨਾਂ ਦੇ ਨਾਲ ਮੀਟਿੰਗ ਵੀ ਕਰਕੇ ਆਏ ਆ, ਉਹਨਾਂ ਨਾਲ ਵੀ ਇਹ ਆਵਾਜ਼ ਉੱਠੀ ਸੀਗੀ ਵੀ ਹੋ ਸਕਦਾ ਤੋਮਰ ਸਾਹਿਬ ਨੇ ਕਿਸਾਨਾਂ ਨੂੰ ਇਹਨਾਂ ਰਾਹੀਂ ਤਜਵੀਜ਼ ਭੇਜ ਦਿੱਤੀ। ਤਜਵੀਜ਼ ਕੀ ਬਈ ਇਹ ਮਾਮਲਾ ਰਾਜਾਂ ਤੇ ਛੱਡ ਦਈਏ, ਤੁਸੀਂ ਲਾਗੂ ਕਰਨਾ ਜਾਂ ਨਹੀਂ ਕਰਨਾ ਤੁਹਾਡੇ ਤੇ ਡਿਪੈਂਡ ਆ। ਪਰ ਉਹਦੇ ਤੋਂ ਸਾਫ਼ ਮੁੱਕਰ ਗਏ। ਨਿਕਲੀ ਕਿਉਂ ਤਜਵੀਜ਼ ਬਾਹਰ ਆਈ ਆ, ਇਹ ਗੱਲ ਕਿੱਥੋਂ ਨਿਕਲੀ ਆ, ਇਹ ਅਜੇ ਸਮਝ ਤੋਂ ਬਾਹਰ ਆ, ਪਤਾ ਨਹੀਂ ਲੱਗਾ। ਪਰ ਉਹਨਾਂ ਨੇ ਸਾਫ਼ ਕਿਹਾ ਵੀ ਅਸੀਂ ਇਹਨਾਂ ਨੂੰ ਕਿਸੇ ਤਰੀਕੇ ਨਾਲ ਮੀਡੀਏਟਰ ਨਹੀਂ ਬਣਾਇਆ ਸੀਗਾ, ਤੁਹਾਡੇ ਕੋਲ ਮੀਟਿੰਗ ਕਰ ਰਹੇ ਆ। ਉਹ ਕਹਿੰਦੇ ਧਾਰਮਿਕ ਆਗੂ ਆ ਆਪਣੇ ਤੌਰ ਤੇ ਆਏ, ਉਹਨਾਂ ਨੂੰ ਵੀ ਕਿਸਾਨਾਂ ਦੀ ਚਿੰਤਾ ਸੀਗੀ। ਦੇਖੋ ਤੋਮਰ ਸਾਹਿਬ ਆਪ ਕਹਿੰਦੇ ਆ ਵੀ ਉਹਨਾਂ ਨੂੰ ਵੀ ਕਿਸਾਨਾਂ ਦੀ ਚਿੰਤਾ ਸੀਗੀ, ਇਹਦਾ ਮਤਲਬ ਤੁਹਾਨੂੰ ਹੈ ਨਹੀਂ, ਸਰਕਾਰ ਨੂੰ ਚਿੰਤਾ ਹੈ ਨਹੀਂ। ਜੇ ਕੋਈ ਬੰਦਾ ਇਸ ਤਰੀਕੇ ਨਾਲ ਕਿਸਾਨਾਂ ਦੇ ਕੋਲੋਂ ਜਾ ਕੇ ਇਹਨਾਂ ਨੂੰ ਮਿਲਦਾ ਆ, ਉਹ ਜ਼ਰੂਰ ਇਹਨਾਂ ਨੂੰ ਲੱਗਦਾ ਵੀ ਕਿਸਾਨਾਂ ਨੂੰ ਚਿੰਤਾ ਸੀਗੀ। ਚਿੰਤਾ ਇਹਨਾਂ ਨੂੰ ਇਹ ਆ ਵੀ ਅਮਰੀਕਾ ਦੇ ਵਿੱਚ 4 ਬੰਦੇ ਦੰਗੇ 'ਚ ਮਰ ਗਏ, ਉਹਨਾਂ ਲਈ ਤਾਂ ਇੱਕ ਕਮੈਂਟ 'ਚ ਟਵੀਟ ਕਰ ਰਹੇ ਸਾਡੇ ਪ੍ਰਧਾਨ ਮੰਤਰੀ ਸਾਹਿਬ, ਤੇ ਤੁਹਾਡੇ ਇੱਕ 40 ਕਿਲੋਮੀਟਰਾਂ ਤੇ 70 ਦੇ ਕਰੀਬ ਵੱਧ ਬੰਦੇ, ਇਹ ਤੋਂ ਵੀ ਵੱਧ ਬੰਦੇ ਮਰ ਰਹੇ ਆ, ਔਰ ਉਹ ਵੀ ਬਿਨਾਂ ਵਜ੍ਹਾ ਤੋਂ, ਜਿਹਦਾ ਕੋਈ ਕਾਰਨ ਨਹੀਂ ਹੈ। ਉਹਨਾਂ ਪ੍ਰਤੀ ਤੁਹਾਡੀ ਕੋਈ ਸ਼ਰਧਾਂਜਲੀ ਨਹੀਂ, ਕੋਈ ਸੰਵੇਦਨਾ ਨਹੀਂ, ਕੋਈ ਦੋ ਸ਼ਬਦ ਨਹੀਂ। ਇਹਦੇ ਲਈ ਹੀ ਜਦੋਂ ਕੱਲ ਦੀ ਮੀਟਿੰਗ ਦੇ ਵਿੱਚ ਤਲਖ ਕਲਾਮੀ ਵੀ ਕਾਫੀ ਹੋਈ ਆ। ਉਹਦੇ ਵਿੱਚ ਸਾਫ਼ ਸ਼ਬਦਾਂ ਵਿੱਚ ਜਦੋਂ ਹੁਣ ਪਹਿਲਾਂ ਸ਼ੁਰੂਆਤ ਹੋਈ ਸੀ ਨਾ, ਉਹ ਯੈਸ ਆਰ ਨੋ ਤੋਂ ਹੋਈ ਸੀ। ਯੈਸ ਆਰ ਨੋ ਤੋਂ ਤੁਰ ਕੇ ਹੁਣ ਗੱਲ ਆ ਗਈ ਆ ਜਾਂ ਮਰਾਂਗੇ ਜਾਂ ਜਿੱਤਾਂਗੇ। ਇਹਦੇ ਤੋਂ ਵੀ ਸਰਕਾਰ ਨੂੰ ਸਮਝਣਾ ਚਾਹੀਦਾ ਵੀ ਇਹ ਗੱਲ ਜਾ ਕਿੱਧਰ ਨੂੰ ਰਹੀ ਆ। ਮਰਨ ਮਰਾਉਣ ਤੇ ਗੱਲ ਆ ਗਈ ਆ, ਪਰ ਸਰਕਾਰ ਦੇ ਖਾਨੇ ਅਜੇ ਵੀ ਗੱਲ ਨਹੀਂ ਪੈ ਰਹੀ। ਉਦੋਂ ਤੱਕ ਸੀਗਾ ਸਿਰਫ 2 ਸ਼ਬਦ, ਹਾਂ ਜਾਂ ਨਾ ਕਰੋ, ਉਹ ਇਹਨਾਂ ਨੇ ਕੀਤੀ ਨਹੀਂ। ਹੁਣ ਜਦੋਂ ਸ਼ਬਦ 2 ਦੇ ਬਜਾਏ ਵੀ 4 ਹੋ ਗਏ, ਵਿੱਚ ਜਾਂ ਲੱਗ ਗਿਆ ਵੀ ਮਰਾਂਗੇ ਤੇ ਜਾਂ ਜਿੱਤਾਂਗੇ, ਇਹਦੇ ਬਾਵਜੂਦ ਵੀ ਸਰਕਾਰ ਨੂੰ ਟਸ ਤੇ ਮਸ ਹੋਣਾ ਚਾਹੀਦਾ ਸੀਗਾ। ਚਾਹੇ ਜਿੱਦਾਂ ਦੀ ਮਰਜ਼ੀ ਤਰੀਕੇ ਨਾਲ ਹੁੰਦੀ, ਇਹਨਾਂ ਦੇ ਵਿੱਚੋਂ ਰਾਹ ਲੱਭਣਾ ਚਾਹੀਦਾ ਸੀ। ਪਰ ਨਾਲ ਦੀ ਨਾਲ ਉਹ ਸਲਾਹ ਕੀ ਦੇਣ ਡਏ ਆ, ਸੁਪਰੀਮ ਕੋਰਟ ਚਲ ਜਾਓ। ਮੈਂ ਪਹਿਲਾਂ ਵੀ ਦੱਸਿਆ ਵੀ ਸੁਪਰੀਮ ਕੋਰਟ ਨੇ ਤਾਂ ਕਾਨੂੰਨ ਹੀ ਨਹੀਂ ਬਣਾਏ। ਕਿਸਾਨ ਵੀ ਪਹਿਲਾਂ ਹੀ ਤਿਆਰੀ ਕਰਕੇ ਗਏ ਸੀਗੇ ਵੀ ਜੇ ਇਹਨਾਂ ਸੁਪਰੀਮ ਕੋਰਟ ਦਾ ਰੌਲਾ ਪਾਉਣਾ ਆ, ਅਸੀਂ ਉਸ ਗੱਲ ਤੇ ਨਹੀਂ ਆਉਣਾ। ਇਹੀ ਕਾਰਨ ਆ ਵੀ ਸਾਡੇ ਜਿਹੜੇ ਮੇਨ ਆਗੂ ਆ ਸਰਦਾਰ ਬਲਵੀਰ ਸਿੰਘ ਰਾਜੇਵਾਲ, ਉਹ ਇੰਨੇ ਅੰਦਰ ਗਰਮ ਹੋ ਗਏ ਵੀ ਉਹਨਾਂ ਦੇ ਮੂਹਰੇ ਸਵਾਲ ਨਹੀਂ ਮੰਤਰੀਆਂ ਨੂੰ ਆਇਆ। ਉਹ ਕਹਿੰਦੇ ਵੀ ਸਾਨੂੰ ਵਾਰ-ਵਾਰ ਬੁਲਾ ਕੇ, ਸਾਨੂੰ ਇੱਥੇ ਮੀਟਿੰਗਾਂ ਦੇ ਬਹਾਨੇ ਸੱਦ ਕੇ ਦੇਸ਼ ਨੂੰ ਦੱਸਣਾ ਕੀ ਚਾਹੁੰਦੇ ਤੁਸੀਂ। ਅਸੀਂ ਆ ਜਾਂਦੇ ਹਾਂ, ਸਾਨੂੰ ਕੋਈ ਫਰਕ ਨਹੀਂ ਪੈਂਦਾ, ਪਰ ਸਮਾਂ ਸਾਡਾ ਖਰਾਬ ਕਰਦੇ ਤੁਸੀਂ। ਤੁਹਾਨੂੰ ਮੰਨਣਾ ਤੁਸੀਂ ਹੈ ਨਹੀਂ, ਸਾਨੂੰ ਪਤਾ ਕਰਨਾ ਤੁਸੀਂ ਕੁਛ ਹੈ ਨਹੀਂ। ਫਿਰ ਵੀ ਗੱਲਾਂ ਉਹੀ ਤੁਸੀਂ ਲੈ ਕੇ ਬਹਿ ਜਾਂਦੇ ਵੀ ਕਾਨੂੰਨ ਆ ਵਧੀਆ, ਇੱਦਾਂ ਵਧੀਆ, ਫਲਾਨਾ ਵਧੀਆ। ਤੁਸੀਂ ਜੇ ਕੋਈ ਗੱਲ ਕਰਨੀ ਤਾਂ ਕਰੋ, ਨਹੀਂ ਤਾਂ ਅਸੀਂ ਚੱਲੇ। ਕੱਲ ਤਾਂ ਇੱਥੇ ਤੱਕ ਗੱਲ ਪਹੁੰਚ ਗਈ ਸੀਗੀ ਵੀ ਉੱਥੇ ਬੈਠੇ ਕਿਸਾਨ ਆਗੂਆਂ ਨੇ ਮੌਨ ਧਾਰ ਲਿਆ ਸੀਗਾ ਕੁਛ ਮਿੰਟ ਲਈ। ਫਿਰ ਉਹਨਾਂ ਦਾ ਇਸ ਤਰੀਕੇ ਨਾਲ ਰੋਸ ਸੀਗਾ ਵੀ ਲੰਗਰ ਤੋਂ ਆਪਣਾ ਲੈ ਕੇ ਗਏ ਹੁੰਦੇ ਆ, ਲੰਗਰ ਖਾਣ ਤੋਂ ਵੀ ਇੱਕ ਵਾਰ ਉਹਨਾਂ ਨੇ ਮਨਾ ਕਰਤਾ ਸੀਗਾ ਵੀ ਅਸੀਂ ਜਿਹੜਾ ਇਹਨਾਂ ਦੇ ਉੱਤੇ ਇਸ ਤਰੀਕੇ ਨਾਲ ਰੋਸ ਪ੍ਰਦਰਸ਼ਨ ਕਰਕੇ ਜਾਣਾ। ਲੰਗਰ ਸਾਡਾ ਹੀ ਆਇਆ, ਭਾਵੇਂ ਉੱਥੇ ਗੁਰਦੁਆਰੇ ਤੋਂ ਆ ਲਿਆਂਦਾ ਆ, ਅਸੀਂ ਲੈ ਕੇ ਆਏ, ਆਪਣਾ ਛਕਦੇ ਆ, ਪਰ ਅਸੀਂ ਇਹਨਾਂ ਦੇ ਪ੍ਰਤੀ ਰੋਸ ਪ੍ਰਗਟਾਉਣ ਲਈ ਉਹ ਲੰਗਰ ਵੀ ਨਹੀਂ ਛਕਣਾ। ਬਾਅਦ 'ਚ ਉਹਨਾਂ ਨੇ ਛਕਿਆ। ਇਸ ਕਦਰ ਜਦੋਂ ਗੱਲ ਚੱਲ ਜਾਵੇ, ਹੁਣ ਤਲਖ ਕਲਾਮੀ ਤੱਕ ਦੇਖੋ, ਹਰ ਵਾਰ ਜਦੋਂ ਸਰਕਾਰ ਕਹਿੰਦੀ ਰਹੀ ਸੁਖਾਵੇਂ ਮਾਹੌਲ 'ਚ ਹੋਈ ਜੀ, ਬਹੁਤ ਵਧੀਆ ਤਰੀਕੇ ਨਾਲ ਹੋਈ ਰਹੀ। ਤੇ ਜਦੋਂ ਹੁਣ ਕੱਲ ਦੀ ਮੀਟਿੰਗ ਦੇ ਵਿੱਚ ਇਹੋ ਜਿਹੀ ਪੜਾਅ ਦੇ ਪਹੁੰਚ ਗਈ ਆ ਵੀ ਤਲਖ ਕਲਾਮੀ ਹੋਈ ਆ, ਗਰਮਾ ਗਰਮੀ ਵੀ ਹੋਈ ਆ, ਅੰਦਰ ਮਰਨ ਮਰਾਉਣ ਦੀ ਗੱਲ ਵੀ ਆ ਗਈ ਆ, ਤੇ ਫਿਰ ਸਰਕਾਰ ਹੁਣ ਨਹੀਂ ਸਮਝੂਗੀ ਤਾਂ ਸਮਝੂਗੀ ਕਦੋਂ। ਜੀ ਸ਼ਰਮਾ ਜੀ, ਸ਼ੇਰਗਿੱਲ ਸਾਹਿਬ ਨੇ ਹੁਣੇ ਗੱਲ ਕੀਤੀ ਹੈ ਪ੍ਰਧਾਨ ਮੰਤਰੀ ਦੇ ਟਵੀਟ ਦੀ। ਜਦੋਂ ਅਮਰੀਕਾ 'ਚ ਕੈਪੀਟਲ ਹਿੱਲ ਤੇ ਵਿੱਚ ਹਿੰਸਾ ਹੋਈ ਹੈ ਤਾਂ ਪ੍ਰਧਾਨ ਮੰਤਰੀ ਨੇ ਫਟਾਫਟ ਟਵੀਟ ਕਰਤਾ ਜੀ ਲੋਕਤੰਤਰ 'ਚ ਇਦਾਂ ਨਹੀਂ ਹੋਣਾ ਚਾਹੀਦਾ। ਪਰ ਜੋ ਇਹਨਾਂ ਦੇ ਮੁਲਕ 'ਚ ਹੋ ਰਿਹਾ, ਕਿਸਾਨ ਦਿੱਲੀ ਜਾ ਰਹੇ ਸੀ, ਜੋ ਉਹਨਾਂ ਨਾਲ ਜਿਹੜਾ ਬਲ ਇਹਨਾਂ ਨੇ ਉਹਨਾਂ ਲਈ ਵਰਤਿਆ ਆ, ਕੀ ਉਹ ਲੋਕਤੰਤਰ 'ਚ ਜਾਇਜ਼ ਸੀ? ਇਹਨਾਂ ਨੂੰ ਆਪਣੇ ਲੋਕਤੰਤਰ ਦੀ ਕੋਈ ਫਿਕਰ ਨਹੀਂ? ਬਿਲਕੁਲ ਭੋਰਾ ਵੀ ਫਿਕਰ ਨਹੀਂ ਜੀ। ਔਰ ਸਿਰਫ ਇਸੇ ਗੱਲ ਕਰਕੇ ਉਹਨਾਂ ਨੂੰ ਫਿਕਰ ਨਹੀਂ। ਉਹਨਾਂ ਨੂੰ ਇਹ ਲੱਗਦਾ ਕਿ ਸਾਡੇ ਕੋਲ ਜਿਹੜਾ ਬਹੁਮਤ ਹੈ ਉਹ ਹੈਗਾ ਜੀ, ਹੋਰ ਉਹਦੀ ਕੋਈ ਸਾਫ਼ ਜਾਂ ਸਪਸ਼ਟ ਵਜ੍ਹਾ ਨਜ਼ਰ ਨਹੀਂ ਆਉਂਦੀ। ਇੰਨੇ ਸੰਵੇਦਨਹੀਣ ਹੋਣ ਦੀ ਸਿਰਫ ਇਹੀ ਇੱਕ ਕਾਰਨ ਆ ਕਿ ਉਹਨਾਂ ਨੂੰ ਲੱਗਦਾ ਕਿ 2024 'ਚ ਸਾਨੂੰ ਲੋੜ ਪੈਣੀ ਹੈ। ਉਹ ਵੀ
ਉਹਦੇ ਲਈ ਜਦੋਂ ਹੋਊਗਾ ਉਦੋਂ ਕੋਈ ਹੋਰ ਨਵਾਂ ਏਜੰਡਾ ਲਿਆਵਾਂਗੇ, ਕੋਈ ਨਵੇਂ ਨਾਅਰੇ ਦੇ ਦਿਆਂਗੇ ਤੇ ਉਹ ਕਰ ਲਾਂਗੇ। ਮੈਨੂੰ ਇੱਕ ਸ਼ੇਰਗਿੱਲ ਸਾਹਿਬ ਦੀ ਹੋਰ ਗੱਲ ਬੜੀ ਚੰਗੀ ਲੱਗੀ, ਉਹਨਾਂ ਨੇ ਹਰ ਵਾਰ ਇਹ ਕਹਿੰਦੇ ਆ ਕਿ ਇਹ ਤੋਂ ਇਲਾਵਾ ਕੋਈ ਹੋਰ ਤਜਵੀਜ਼ ਦੱਸੋ। ਕਿਉਂ ਹੋਰ ਤਜਵੀਜ਼ ਦੱਸੀ ਜਾਵੇ? ਤੁਸੀਂ ਜਿਹੜੀਆਂ ਤਜਵੀਜ਼ਾਂ ਦੱਸੀਆਂ ਕਿਸਾਨਾਂ ਨੇ ਉਹ ਕਿਸੇ ਜਿੱਦ ਨਾਲ ਰੱਦ ਨਹੀਂ ਕੀਤੀਆਂ, ਤਰਕ ਨਾਲ ਰੱਦ ਕੀਤੀਆਂ ਕਿ ਜਿਹੜੇ ਵੀ ਤੁਸੀਂ 3 ਕਾਨੂੰਨ ਲਿਆਏ ਆ ਉਹਨਾਂ 3 ਕਾਨੂੰਨਾਂ ਦੇ ਘੱਟੋ ਘੱਟ 30 ਨੁਕਸਾਨ ਦੱਸ ਕੇ ਉਹ ਪੂਰੇ ਤਰਕ ਨਾਲ ਰੱਦ ਕੀਤੀਆਂ। ਤੁਸੀਂ ਫੇਰ ਕਹੀ ਜਾਂਦੇ ਹੋਰ ਤਜਵੀਜ਼ ਲਿਆਓ। ਕਿਉਂ ਹੋਰ ਤਜਵੀਜ਼? ਤੁਸੀਂ ਕਾਨੂੰਨ ਲਿਆਂਦੇ ਆ, ਤੁਸੀਂ ਉਹਦਾ ਕੋਈ ਤਰਕ ਦੇ ਸਕਦੇ ਆ ਕਿ ਉਹ ਕਿਵੇਂ ਠੀਕ ਨੇ ਤੇ ਕਿਵੇਂ ਗਲਤ ਨੇ। ਪ੍ਰਧਾਨ ਮੰਤਰੀ ਸਾਹਿਬ ਦਾ ਇੰਨਾ ਸੰਵੇਦਨਹੀਣ ਹੋਣਾ ਸਿਰਫ ਔਰ ਸਿਰਫ ਇਸ ਗੱਲ ਦੇ ਆ ਕਿ ਉਹਨਾਂ ਦੇ ਉੱਤੇ ਕਿਸਾਨਾਂ ਨਾਲੋਂ ਵੀ ਵੱਡਾ ਪ੍ਰੈਸ਼ਰ ਜਿਹੜਾ ਹੈ ਉਹ ਕਾਰਪੋਰੇਟਸ ਦਾ ਬਣਿਆ ਹੋਇਆ। ਸ਼ਰਮਾ ਜੀ, ਤੁਸੀਂ ਗੱਲ ਕਰ ਰਹੇ ਕਿ ਪ੍ਰਧਾਨ ਮੰਤਰੀ ਸੰਵੇਦਨਹੀਣ ਨੇ। 70 ਕਿਸਾਨ ਹੁਣ ਤੱਕ ਸਾਡੇ ਨਾਲੋਂ ਵਿਛੜ ਚੁੱਕੇ ਨੇ। 70 ਘਰਾਂ ਦੇ ਜਿਹੜੇ ਚਿਰਾਗ ਨੇ ਉਹ ਬੁੱਝ ਚੁੱਕੇ ਨੇ ਤੇ ਪ੍ਰਧਾਨ ਮੰਤਰੀ ਨੇ ਇੱਕ ਟਵੀਟ ਨਹੀਂ ਕੀਤਾ। ਉਹਨਾਂ ਦੀ ਅੱਖ ਵੀ ਨਮ ਨਹੀਂ ਹੋਈ ਤੇ ਵਿਦੇਸ਼ਾਂ 'ਚ ਬਿੱਲੀ ਵੀ ਮਰ ਜੇ ਤੇ ਪ੍ਰਧਾਨ ਮੰਤਰੀ ਮਿੰਟ 'ਚ ਟਵੀਟ ਕਰਦੇ ਨੇ। ਬੜੀ ਹੈਰਾਨੀ ਹੁੰਦੀ ਹੈ ਇਸ ਗੱਲ ਨੂੰ ਲੈ ਕੇ ਕਿ ਇਹ ਜਿਹੜੇ ਲੀਡਰ ਨੇ ਇਹ ਸਮਝਦੇ ਕੀ ਨੇ ਲੋਕਾਂ ਨੂੰ। ਕਿਉਂ ਇਹਨਾਂ ਦੇ ਉੱਤੇ ਕਿਸ ਚੀਜ਼ ਦਾ ਇੰਨਾ ਪ੍ਰੈਸ਼ਰ ਆ ਕਿ ਇਹਨਾਂ ਨੂੰ ਆਮ ਲੋਕਾਂ ਦੀਆਂ ਮੌਤਾਂ ਵੀ ਨਜ਼ਰ ਨਹੀਂ ਆਉਂਦੀਆਂ। ਉੱਥੇ ਜੋ ਹੋਇਆ ਅਸੀਂ ਉਹਨੂੰ ਚੰਗਾ ਨਹੀਂ ਸਮਝਦੇ। ਅਸੀਂ ਇਹ ਵੀ ਨਹੀਂ ਕਹਿੰਦੇ ਕਿ ਇਹਨਾਂ ਨੇ ਉੱਥੇ ਟਵੀਟ ਕਿਉਂ ਕੀਤਾ, ਕਰਨਾ ਚਾਹੀਦਾ, ਪਰ ਉਹਦੇ ਨਾਲ ਨਾਲ ਇੱਥੇ ਵੀ ਤਾਂ ਗੱਲ ਕਰੋ। ਜਿਹੜੇ ਤੁਹਾਡੇ ਬੂਹੇ ਦੇ ਉੱਤੇ ਬੰਦੇ ਮਰੀ ਜਾ ਰਹੇ ਆ, ਤੁਸੀਂ ਦਿੱਲੀ ਦੇ ਵਿੱਚ ਬੈਠੇ ਆ, ਤੁਸੀਂ ਟਵੀਟ ਕਰੀ ਜਾਂਦੇ ਆ, ਇੱਥੇ ਤੱਕ ਤਾਂ ਹੁਣ ਤੱਕ ਆਪ ਪਹੁੰਚ ਜਾਣਾ ਚਾਹੀਦਾ ਸੀ। ਜੀ ਗੱਲਬਾਤ ਦਾ ਸਿਲਸਿਲਾ ਇਸੇ ਤਰ੍ਹਾਂ ਜਾਰੀ ਰਹੇਗਾ, ਪਰ ਹੁਣ ਵੇਲਾ ਹੋ ਗਿਆ ਇੱਕ ਛੋਟੀ ਜਿਹੀ ਬ੍ਰੇਕ ਦਾ। ਵਿਚਾਰ ਚਰਚਾ ਦੇਖ ਰਹੇ ਦਰਸ਼ਕਾਂ ਦਾ ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਸਵਾਗਤ ਹੈ। ਸ਼ੇਰਗਿੱਲ ਸਾਹਿਬ, ਜਿਵੇਂ ਸ਼ਰਮਾ ਜੀ ਹੁਣੇ ਗੱਲ ਕਰ ਰਹੇ ਸੀ ਕਿ ਮੋਦੀ ਜੀ ਦੀ ਸੰਵੇਦਨਹੀਣਤਾ ਦੀ ਗੱਲ ਆਪਾਂ ਕਰ ਰਹੇ ਸੀਗੇ ਤੇ ਹੁਣ 15 ਨੂੰ ਇਹਨਾਂ ਨੇ ਫਿਰ ਮੀਟਿੰਗ ਰੱਖ ਲਈ ਹੈ। ਕੀ ਆਸ ਹੈ ਇਹਨਾਂ ਦੀ ਮੀਟਿੰਗ ਤੋਂ ਅੱਗੇ? ਕਿਸਾਨ ਕੋਈ ਉਮੀਦ ਲੈ ਕੇ ਜਾਣ ਜਾਂ ਫਿਰ ਬੇਉਮੀਦੇ ਮੁੜਨਗੇ? ਉਹੀ ਆਸ ਹੈ ਜੀ ਜੋ ਪਿਛਲੀਆਂ 7-8 ਮੀਟਿੰਗਾਂ ਦੀ ਸੀਗੀ। ਆਸ ਤਾਂ ਹਮੇਸ਼ਾ ਲੈ ਕੇ ਜਾਂਦੇ ਆ ਕਿਸਾਨ ਵੀ, ਬਾਕੀ ਲੋਕਾਂ ਦੀਆਂ ਨਜ਼ਰਾਂ ਵੀ ਪੂਰੀਆਂ ਟਿਕੀਆਂ ਹੁੰਦੀਆਂ। ਲੈ ਵੀ ਹੁਣ 8 ਤਰੀਕ ਆ ਗਈ ਆ, ਹੁਣ ਕੁਛ ਨਾ ਕੁਛ ਹੋਊਗਾ ਵੀ ਸਰਕਾਰ ਜ਼ਰੂਰ ਮੰਨੂਗੀ। ਉੱਥੇ ਇਹ ਵੀ ਗੱਲ ਇਹ ਨਹੀਂ ਕਹਿੰਦੇ ਲੋਕ ਝੁਕੂਗੀ, ਮੰਨਣ ਦੀ ਗੱਲ ਕਹਿੰਦੇ ਹੁੰਦੇ ਵੀ ਸਰਕਾਰ ਮੰਨੂਗੀ। ਝੁਕਾਉਣਾ ਤਾਂ ਇਹ ਵੀ ਨਹੀਂ ਚਾਹੁੰਦੇ ਵੀ ਸਰਕਾਰ ਝੁਕ ਜਾਵੇ। ਇਹ ਵੀ ਚਾਹੁੰਦੇ ਆ ਵੀ ਤੁਹਾਡੀ ਵੀ ਬਣੀ ਰਵੇ, ਸਾਡੀ ਵੀ ਬਣੀ ਰਵੇ। ਹੁਣ ਸਾਡੀ ਤਾਂ ਬਣੀ ਤਾਂ ਹੀ ਆ ਵੀ ਤੁਸੀਂ ਸਾਡਾ ਭਵਿੱਖ ਹੀ ਖਤਮ ਕਰਨ ਲੱਗੇ ਆ, ਤੇ ਸਾਡੀ ਬਣੀ ਵਾਲੀ ਦੀ ਗੱਲ ਤਾਂ ਹੈ ਹੀ ਕੋਈ ਨਹੀਂ। ਤੇ ਜਿਹੜਾ ਨਸਲ ਹੀ ਤੁਸੀਂ ਆਉਣ ਵਾਲੀ ਖਤਮ ਕਰ ਦੇਣੀ ਆ, ਤੇ ਸਾਡੀ ਫਸਲ ਤਾਂ ਤੁਸੀਂ ਪਹਿਲਾਂ ਹੀ ਖਾਣ ਨੂੰ ਤਿਆਰ ਬੈਠੇ ਆ, ਤੇ ਉਹਦੇ 'ਚ ਸਾਡਾ ਤਾਂ ਕੋਈ ਵਿੱਚ ਰੋਲ ਹੈ ਹੀ ਨਹੀਂ। ਤੁਹਾਡੀ ਬਣੀ ਉਹ ਫੇਰ ਵੀ ਰੱਖਦੇ ਆ ਵੀ ਸਰਕਾਰ ਦੀ ਬਣੀ ਰਹਿ ਜਾਏ। ਸੋ 15 ਵਾਲੀ ਮੀਟਿੰਗ ਤੋਂ ਆਸ ਤਾਂ ਹਮੇਸ਼ਾ ਰੱਖਣੀ ਚਾਹੀਦੀ ਆ, ਆਸ ਨਾਲ ਹੀ ਜ਼ਿੰਦਗੀ ਤੁਰਦੀ ਆ, ਪਰ ਸਰਕਾਰ ਤੋਂ ਇਸ ਮੀਟਿੰਗ ਦੇ ਵਿੱਚ ਬਹੁਤੀ ਆਸ ਨਹੀਂ ਕੀਤੀ ਜਾ ਸਕਦੀ। ਕਿਉਂਕਿ ਜਦੋਂ ਉਹਨਾਂ ਨੇ ਫਿਰ ਇੱਕ ਵਾਰੀ ਕੋਰੀ ਨਾ ਕਰ ਦਿੱਤੀ ਸੀਗੀ ਤਾਂ ਗੱਲ ਫਿਰ ਉੱਥੇ ਆ ਜਾਣੀ ਆ ਵੀ ਅਸੀਂ ਕਾਨੂੰਨ ਵਾਪਸ ਨਹੀਂ ਲੈਣੇ। ਹੁਣ ਵਿਚਲਾ ਰਾਹ ਕੀ ਲੱਭਦੀ ਆ ਇਹ ਹੁਣ ਉਹਨਾਂ ਨੂੰ ਵੀ ਨਹੀਂ ਪਤਾ ਲੱਗਦਾ ਵੀ ਅਸੀਂ ਕਿੱਧਰ ਨੂੰ ਜਾਈਏ ਤੇ ਕੀ ਕਰੀਏ। ਕਿਉਂਕਿ ਜੇ ਵਿਚਲਾ ਰਾਹ ਲੱਭਣਾ ਹੁੰਦਾ ਤਾਂ ਵੀ ਉਹਨਾਂ ਨੇ ਕੋਈ ਨਾ ਕੋਈ ਮਾਹਰ ਟੀਮ ਬਿਠਾਈ ਹੁੰਦੀ, ਕੋਈ ਨਾ ਕੋਈ ਬਿਊਰੋਕਰੈਟ ਬਿਠਾਏ ਹੁੰਦੇ। ਕਿਉਂਕਿ ਸਿਆਸੀ ਆਗੂਆਂ ਦੀ ਸੋਚ ਔਰ ਬਿਊਰੋਕਰੈਟ ਵਾਲਿਆਂ ਦੀ ਸੋਚ ਜਿਹੜੀ ਆ ਉਹਦੇ 'ਚ ਬਹੁਤ ਫਰਕ ਹੁੰਦਾ, ਅੰਤਰ ਹੁੰਦਾ। ਸਿਆਸੀ ਆਗੂਆਂ ਨੇ ਦੇਖਣਾ ਵੀ ਅਸੀਂ 3-4 ਸਾਲ 5 ਸਾਲ ਹੈਗੇ ਆ, ਉਸ ਤੋਂ ਬਾਅਦ ਪਤਾ ਨਹੀਂ ਹੁੰਦਾ ਆਉਂਦੇ ਕਿ ਨਹੀਂ ਆਉਂਦੇ। ਬਿਊਰੋਕਰੈਟ ਜਿਹੜਾ ਉਹ ਲੰਮੇ ਸਮੇਂ ਲਈ ਰਹਿਣਾ ਹੁੰਦਾ, ਉਹਨੂੰ ਪਤਾ ਹੁੰਦਾ ਵੀ ਇਹਦਾ ਜਿਹੜਾ ਐਡਵਰਸ ਇਫੈਕਟ ਕੀ ਆ ਤੇ ਜਿਹੜਾ ਇਹਦਾ ਸਹੀ ਇਫੈਕਟ ਪ੍ਰਭਾਵ ਕੀ ਪੈਣਾ ਉਹ ਸਾਰੇ ਦੇਖ ਕੇ ਕਰਦਾ। ਇਸੇ ਕਰਕੇ ਮੈਂ ਸ਼ੁਰੂ ਤੋਂ ਕਹਿੰਦਾ ਆਇਆ ਵੀ ਇਸ ਸਰਕਾਰ ਦੇ ਵਿੱਚ ਮਾਹਰਾਂ ਦੀ ਟੀਮ ਹੀ ਹੈ ਨਹੀਂ। 2-3 ਸਿਆਸੀ ਬੰਦੇ ਆ ਜਿਹੜੇ ਧੁੱਸ ਦੇ ਕੇ ਜਿੱਧਰ ਨੂੰ ਮੂੰਹ ਕੀਤਾ ਤੁਰ ਪੈਂਦੇ ਆ, ਜਿੱਧਰ ਨੂੰ ਮੂੰਹ ਕੀਤਾ ਤੁਰ ਪੈਂਦੇ ਆ। ਜੇ ਕਿਤੇ ਇਹ ਰਾਏ ਲੈ ਕੇ ਸਲਾਹ ਕਰਕੇ ਕਰਦੇ ਆ ਤਾਂ ਫਿਰ ਇੰਨੀ ਇਸ ਗੱਲ ਤੱਕ ਨੌਬਤ ਨਹੀਂ ਆਉਣੀ ਸੀਗੀ। ਸੋ ਹੁਣ ਜੇ ਆਪਾਂ 15 ਦੀ ਮੀਟਿੰਗ ਤੋਂ ਪਹਿਲਾਂ ਇਸ ਕਰਕੇ ਵੀ ਕਹਿੰਦੇ ਆ ਵੀ ਸੁਪਰੀਮ ਕੋਰਟ ਦੇ ਵਿੱਚ ਵੀ ਸੁਣਵਾਈ ਚੱਲਦੀ ਆ, ਪਰ ਸੁਪਰੀਮ ਕੋਰਟ ਨੇ ਵੀ ਤਾਂ ਸਰਕਾਰ ਨੂੰ ਇਹ ਗੱਲ ਕਹੀ ਸੀ, ਪੁੱਛਿਆ ਸੀਗਾ ਬਈ ਤੁਸੀਂ ਇਸ ਕਾਨੂੰਨਾਂ ਦੇ ਅਮਲ ਤੇ ਰੋਕ ਲਾ ਸਕਦੇ ਆ, ਰੋਕ ਲਾਈ ਜਾ ਸਕਦੀ ਆ, ਪਰ ਹਾਲੇ ਤੱਕ ਉਹਦਾ ਸਰਕਾਰ ਨੇ ਕੋਈ ਜਵਾਬ ਨਹੀਂ ਦਿੱਤਾ। ਕਿਉਂਕਿ ਉਹ ਇੱਧਰਲੇ ਪਾਸੇ ਤੁਰੀ ਨਹੀਂ। ਉਹਨਾਂ ਨੇ ਤਾਂ ਕਾਨੂੰਨ ਨੂੰ ਇਦਾਂ ਮੋਢੇ ਨਾਲ ਫੜ ਕੇ ਗੱਡ ਦਿੱਤਾ ਨਾ, ਫੜ ਕੇ ਉਹ ਜਿੱਦਾਂ ਕੀਲਾ ਗੱਡੀ ਦਾ ਹੁੰਦਾ ਵੀ ਲੈ ਵੀ ਇਹ ਨਹੀਂ ਹੁਣ ਪੁੱਟਿਆ ਜਾਣਾ, ਜੋ ਮਰਜ਼ੀ ਤੁਸੀਂ ਕਰ ਲਓ। ਪਰ ਜਦੋਂ ਫਿਰ ਉਹ ਕਹਿੰਦੇ ਹੁੰਦੇ ਤੂਫਾਨ ਆਉਂਦਾ ਤਾਂ ਫਿਰ ਇਹੋ ਜਿਹੇ ਕਿੱਲੇ ਪਤਾ ਨਹੀਂ ਕਿੰਨੇ ਕੁ ਪੁੱਟ ਹੋ ਜਾਂਦੇ ਆ। ਉਹ ਸਰਕਾਰ ਨੂੰ ਵੀ ਸਮਝਣਾ ਚਾਹੀਦਾ ਵੀ ਇਹ ਕੋਈ ਤੁਹਾਡੀ ਜੇ ਸੰਵਿਧਾਨ ਬਣਿਆ ਹੋਇਆ ਜਿਹੜਾ ਕਿ ਬਹੁਤ ਜ਼ਿਆਦਾ ਪੜ੍ਹਿਆ ਹੋਇਆ ਸੀ ਡਾਕਟਰ ਅੰਬੇਡਕਰ, ਉਹਦੀਆਂ ਬਣਾਈਆਂ ਹੋਈਆਂ ਧਾਰਾਵਾਂ 'ਚ ਤੁਸੀਂ ਸੋਧ ਕਰ ਸਕਦੇ ਆ ਜਿਨ੍ਹਾਂ ਨੂੰ ਪਤਾ ਹੈ ਕੁਛ ਨਹੀਂ, ਪਰ ਉਹ ਪਤਾ ਨਹੀਂ ਕਿੰਨੀਆਂ ਕਿ ਡਿਗਰੀਆਂ ਲਈਆਂ ਸੀਗੀਆਂ, ਤੇ ਤੁਹਾਡੇ ਜਿਹੜੇ ਕਾਨੂੰਨ ਬਣਾਏ ਆ ਉਹਦੇ ਵਿੱਚ ਕੀ ਗੱਲ ਸੋਧ ਨਹੀਂ ਕਰ ਸਕਦੇ? ਸੋਧ ਦੀ ਗੱਲ ਤੇ ਆ ਗਿਆ। ਮੈਂ ਦੁਬਾਰਾ ਚੇਤਾ ਕਰਾਉਣਾ ਵੀ ਤੋਮਰ ਸਾਹਿਬ ਕਹਿੰਦੇ ਸੋਧ ਕਰ ਦਿਓ, ਬਾਕੀ ਮੰਤਰੀ ਕਹਿੰਦੇ ਸੋਧ ਕਰਨ ਨੂੰ ਤਿਆਰ ਆ, ਜਿੰਨੇ ਵੀ ਪੰਜਾਬ ਦੇ ਭਾਜਪਾ ਆਗੂ ਕਹਿੰਦੇ ਸੋਧ ਨੂੰ ਤਿਆਰ ਆ। ਜਦ ਸਾਰਾ ਕੁਝ ਸੋਧ ਹੀ ਕਰਤਾ ਤਾਂ ਕਾਨੂੰਨ 'ਚ ਰਿਹਾ ਕੀ? ਇਹ ਤਾਂ ਕਿਸਾਨ ਕਹਿੰਦੇ ਆ ਵੀ ਤੁਸੀਂ ਕਾਨੂੰਨ ਹੀ ਵਾਪਸ ਲੈ ਲਓ। ਤਾਂ ਬਿਲਕੁਲ
ਜੇ ਹਰੇਕ ਚੀਜ਼ ਤੋਂ ਤੁਸੀਂ ਇੱਕ ਚੀਜ਼ ਸੋਧ ਕਰ ਲਈ, ਮੰਨ ਲਓ ਤੁਸੀਂ ਮੰਨ ਲਓ ਕਿ ਮੈਂ ਆਪਣੀ ਰਾਏ ਦਿੰਦਾ, ਕਿਸਾਨਾਂ ਦੀ ਨਹੀਂ ਹੈਗੀ, ਮੰਨ ਲਓ ਮੇਰੇ ਚਾਹੀਦਾ ਵੀ ਮੈਂ ਆਹ ਚੀਜ਼ ਨਹੀਂ ਚਾਹੀਦੀ ਮੈਨੂੰ, ਤੁਸੀਂ ਕਹਿੰਦੇ ਚੰਗਾ ਡਨ ਕੱਢਤਾ। ਦੂਸਰੀ ਗੱਲ ਕਹਿੰਦੇ ਵੀ ਆਹ ਨਹੀਂ ਚੀਜ਼ ਇਹ ਵੀ ਡਨ ਕੱਢਤਾ, ਤੇ ਕਾਨੂੰਨ ਦੇ ਵਿੱਚ ਹੋਰ 2-4 ਰਹਿ ਗਈਆਂ ਸਾਰੀਆਂ ਚੀਜ਼ਾਂ। ਜੇ ਉਹ ਵੀ ਕਹਿਣ ਕਿ ਨਹੀਂ ਯਾਰ ਕੱਢ ਦਿਓ, ਇਹ ਵੀ ਸੋਧ ਕਰ ਦਿਓ, ਇਹਦੀ ਜਗ੍ਹਾ ਕਰ ਦਿਓ, ਤੇ ਕਾਨੂੰਨ 'ਚ ਤਾਂ ਫਿਰ ਰਹਿੰਦਾ ਕੁਝ ਨਹੀਂ। ਤੇ ਇਹਦੇ ਨਾਲੋਂ ਬਿਹਤਰ ਇਹ ਨਹੀਂ ਵੀ ਹੌਲੀ ਹੌਲੀ ਸੋਧਾ ਕਰਨ ਨਾਲੋਂ ਵੀ ਤੁਸੀਂ ਕਾਨੂੰਨ ਹੀ ਵਾਪਸ ਲੈ ਲਿਓ, ਜਿਹਨੂੰ ਕਿ ਤੁਸੀਂ ਬਿਨਾਂ ਪੁੱਛਣ ਤੋਂ ਬਣਾਇਆ, ਕਿਸੇ ਦੇ ਬਿਨਾਂ ਰਾਏ ਤੋਂ ਬਣਾਇਆ, ਜਿਹੜਾ ਕੋਈ ਫਾਇਦਾ ਹੀ ਹੈ ਨਹੀਂ। ਔਰ ਤੁਹਾਨੂੰ ਲੱਗਦਾ ਵੀ ਬਾਕੀ ਜਿਹੜੇ ਕਿਸਾਨ ਜਥੇਬੰਦੀਆਂ ਆ ਤੁਹਾਡੇ ਇਸ ਦੇ ਸਮਰਥਨ ਕਰਦੀਆਂ ਆ, ਤੁਸੀਂ ਦਾਅਵਾ ਕਰਦੇ ਆ ਸਾਰੇ ਤੋਮਰ ਹੁਣੀ ਵੀ ਸਾਡੇ ਕੋਲ ਹੋਰ ਸਮਰਥਨ ਕਰਨ ਵਾਲੀ ਜਥੇਬੰਦੀਆਂ ਬਹੁਤ ਆ। ਉਹਨਾਂ ਜਥੇਬੰਦੀਆਂ ਨੂੰ ਜਿੱਦਾਂ ਸ਼ਰਮਾ ਜੀ ਨੇ ਕਿਹਾ ਵੀ ਬਿਠਾ ਕੇ ਇੱਕ ਵਾਰੀ ਡਿਬੇਟ ਕਰਾ ਕੇ ਦੇਖ ਲਓ। ਪਹਿਲੀ ਗੱਲ ਤਾਂ ਸਿਵਾਏ ਪੰਜਾਬ ਹਰਿਆਣੇ ਤੋਂ MSP ਬਾਰੇ ਦੇਸ਼ ਪੂਰੇ ਦੇ ਵਿੱਚ ਕਿਸੇ ਸੂਬੇ ਨੂੰ ਪਤਾ ਨਹੀਂ ਸੀ। ਉਹ ਤਾਂ ਹੁਣ ਹੈਰਾਨ ਆ, ਪਰ ਇੰਨੇ ਸਾਲਾਂ ਦੇ ਵਿੱਚ ਅਸੀਂ ਤਾਂ ਬਹੁਤ ਕੁਝ ਗਵਾ ਲਿਆ, ਸਾਨੂੰ ਤਾਂ ਕੀਮਤ ਹੀ ਨਹੀਂ ਮਿਲੀ ਸਾਡੀ ਫਸਲ ਦੀ। ਇਹ ਤਾਂ ਬਹੁਤ ਕੰਮ ਖਰਾਬ ਸੀ, ਕੇਂਦਰ ਸਾਨੂੰ ਇਦਾਂ ਲੁੱਟਦਾ ਰਿਹਾ। ਕੇਵਲ ਪੰਜਾਬ ਹਰਿਆਣੇ ਨੂੰ ਹੀ MSP ਮਿਲਦਾ ਸੀ। ਉਹ ਸਮਾਂ ਕਿ ਹੁਣ ਜਾਗ ਗਏ ਆ, ਜਾਗਰੂਕ ਹੋ ਗਏ ਆ ਸਮਾਂ ਕੇ। ਔਰ ਇਹਦੇ ਨਾਲ ਨਾਲ ਆਂਧਰਾ ਪ੍ਰਦੇਸ਼ 'ਚ ਵੀ ਧਰਨੇ ਪ੍ਰਦਰਸ਼ਨ ਹੋਏ ਆ, ਜਿੱਥੇ ਝੜਪਾਂ ਹੋਈਆਂ ਪਰਸੋਂ ਜਦੋਂ ਟਰੈਕਟਰ ਮਾਰਚ ਸੀਗਾ। ਤਮਿਲਨਾਡੂ 'ਚ ਵੀ ਹੋਏ ਆ, ਕਰਨਾਟਕ 'ਚ ਵੀ ਹੋਏ ਆ। ਉਹ ਸਾਰਾ ਦੇਸ਼ ਜਾਗ ਗਿਆ ਆ, ਸਾਰੇ ਦੇਸ਼ ਦਾ ਕਿਸਾਨ ਜਾਗ ਗਿਆ ਵੀ ਹੁਣ ਅਸੀਂ ਵੀ MSP ਲੈਣਾ, ਤੁਸੀਂ ਜੋ ਮਰਜ਼ੀ ਕਰੋ। ਸੋ ਹੁਣ ਇਸ ਕਰਕੇ ਫਸ ਗਏ ਆ ਵੀ ਜੇ ਹੁਣ MSP ਅਸੀਂ ਕਾਨੂੰਨ ਬਣਾਤਾ, ਇਸ ਕਾਨੂੰਨ ਦੇ ਵਿੱਚ ਸ਼ਾਮਲ ਕਰਤਾ, ਤੇ ਸਾਨੂੰ ਸਾਰੇ ਦੇਸ਼ ਨੂੰ ਦੇਣਾ ਪਊਗਾ। ਇਸ ਕਰਕੇ ਬਾਰ-ਬਾਰ ਉਸੇ ਗੱਲ ਤੇ ਆਉਂਦੇ ਵੀ ਅਸੀਂ MSP ਗਰੰਟੀ ਦੇ ਦਿੰਦੇ ਆ, ਪਰ ਜਦੋਂ ਹੁਣ ਇਸ ਮੀਟਿੰਗ ਦੇ ਵਿੱਚ ਇਹੋ ਜਿਹੀ ਕੋਈ ਗੱਲ ਚੱਲੀ ਹੀ ਨਹੀਂ, ਤੇ ਉਸ ਤੋਂ ਪਤਾ ਨਹੀਂ ਅਗਲੀ ਮੀਟਿੰਗ 'ਚ ਕੀ ਆਸ ਕੀਤੀ ਜਾ ਸਕਦੀ। ਸ਼ੇਰਗਿੱਲ ਸਾਹਿਬ, ਤੁਸੀਂ ਹੁਣੇ ਗੱਲ ਕੀਤੀ ਸੀ ਵਿਚਲੇ ਰਾਹ ਦੀ। ਇਦਾਂ ਲੱਗ ਰਿਹਾ ਕਿ ਸਰਕਾਰ ਹੁਣ ਧਾਰਮਿਕ ਆਗੂਆਂ ਦੇ ਜ਼ਰੀਏ ਵਿਚਲਾ ਰਾਹ ਲੱਭਣ ਦੀ ਕੋਸ਼ਿਸ਼ ਕਰ ਰਹੀ ਹੈ। ਤੇ ਇਹ ਵੀ ਖਬਰ ਆਈ ਹੈ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਨਾਲ ਵੀ ਰਾਬਤਾ ਕਾਇਮ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਕਿੰਨੀ ਕੁ ਸੱਚਾਈ ਹੈ ਜੀ ਇਸ ਖਬਰ ਦੇ ਵਿੱਚ? ਮੀਡੀਆ ਰਿਪੋਰਟਾਂ ਮੈਂ ਵੀ ਪੜ੍ਹੀਆਂ ਇਹ, ਬਈ ਭਾਜਪਾ ਦੇ ਆਗੂ ਜਿਹੜੇ ਆ ਅਸਰ ਰਸੂ ਰੱਖਦੇ ਆ ਕੁਛ ਨਾ ਕੁਛ ਉੱਥੇ ਸੈਂਟਰ ਦੇ ਵਿੱਚ। ਵੈਸੇ ਤਾਂ ਉਸ ਗੱਲ ਤੱਕ ਪਹੁੰਚਣ ਵਾਲੇ ਜਾਂ ਉਸ ਆਗੂ ਤੱਕ, ਪ੍ਰਧਾਨ ਮੰਤਰੀ ਗ੍ਰਹਿ ਮੰਤਰੀ ਤੱਕ ਪਹੁੰਚਣ ਵਾਲੇ ਬਹੁਤ ਘੱਟ ਆ, ਲੱਗਦਾ ਨਹੀਂ ਕਿਸੇ ਨੂੰ ਲਾਗੇ ਲੱਗਣ ਦੇਣਗੇ, ਪਰ ਕੋਸ਼ਿਸ਼ ਕਰਦੇ ਦਿਸਦੇ ਆ ਮੀਡੀਆ ਰਿਪੋਰਟਾਂ ਅਨੁਸਾਰ। ਧਾਰਮਿਕ ਆਗੂ ਜਿੱਦਾਂ ਮੈਂ ਪਹਿਲਾਂ ਦੱਸਿਆ ਪਏ, ਇੱਕ ਡੇਰੇ ਦੇ ਸੰਚਾਲਕ ਆ, ਉਹਨਾਂ ਤੱਕ ਵੀ ਪਹੁੰਚ ਕੀਤੀ ਔਰ ਮੀਟਿੰਗ ਵੀ ਕਰਕੇ ਆਏ, ਉਹਨਾਂ ਨਾਲ ਗੱਲਬਾਤ ਵੀ ਹੋਈ ਆ। ਖੈਰ ਉਹਦੇ ਵਿੱਚ ਅੰਦਰਲੀ ਗੱਲ ਕੀ ਹੋਈ ਆ ਕੀ ਨਹੀਂ ਹੋਈ ਆ ਉਹ ਨਹੀਂ ਪਤਾ ਲੱਗੀ, ਪਰ ਇੰਨੀ ਜ਼ਰੂਰ ਸੀ ਵੀ ਉਹ ਤਜਵੀਜ਼ ਕੁਝ ਭੇਜੀ ਜਿਹਨੂੰ ਕਿ ਤੋਮਰ ਸਾਹਿਬ ਨੇ ਰੱਦ ਕਰਤਾ। ਹੁਣ ਜਦੋਂ ਉਹਨਾਂ ਨੇ ਦੇਖਿਆ ਵੀ ਅਕਾਲ ਤਖਤ ਸਾਹਿਬ ਜਿਹੜਾ ਸਰਵ ਪ੍ਰਵਾਨਿਤ ਆ, ਉਹਦੀ ਗੱਲ ਉਹਨਾਂ ਨੂੰ ਇਹ ਵੀ ਪਤਾ ਵੀ ਕਿਸਾਨ ਮੰਨਣਗੇ। ਕਿਸਾਨ ਜਿਹੜਾ ਭਾਈਚਾਰਾ ਉਹ ਸਾਰਾ, ਚਾਹੇ ਪੰਜਾਬ ਦਾ ਹੈ ਚਾਹੇ ਹੋਰ ਆ, ਜਦੋਂ ਉੱਥੇ ਮੋਹਰੀ ਬੰਦੇ ਸਾਥੇ 32-33 ਜਥੇਬੰਦੀਆਂ ਪੰਜਾਬ ਦੀਆਂ, ਤੇ ਉਹਨਾਂ ਦੇ ਅਕਾਲ ਤਖਤ ਪ੍ਰਤੀ ਸਤਿਕਾਰ ਸਾਰਿਆਂ ਦਾ ਹੀ ਆ, ਅਕਾਲ ਤਖਤ ਦੇ ਜਥੇਦਾਰ ਪ੍ਰਤੀ ਸਤਿਕਾਰ ਸਾਰਿਆਂ ਦਾ ਆ। ਉਹਨੂੰ ਹੁਣ ਇਸ ਤਰੀਕੇ ਨਾਲ ਰਾਹ ਲੱਭਦੇ ਆ ਵੀ ਜੇ ਸਿਆਸੀ ਨਾ ਸਹੀ, ਧਾਰਮਿਕ ਤੌਰ ਤੇ ਵਿੱਚ ਕੋਈ ਮੀਡੀਏਟਰ ਜਾਂ ਵਿਚੋਲਗੀ ਕਰਨ ਵਾਲਾ ਪਾ ਕੇ ਦੇਖ ਲੈਂਦੇ ਆ ਵੀ ਹੋ ਸਕਦਾ ਇਹਨਾਂ ਦੀ ਗੱਲ ਹੀ ਮੰਨ ਲੈਣ। ਤੇ ਗੱਲ ਉੱਥੇ ਆ ਜਾਂਦੀ ਆ ਵੀ ਜੇ ਉਹਨਾਂ ਨੇ ਵੀ ਇਹ ਗੱਲ ਕਹੀ ਵੀ ਕਾਨੂੰਨ ਵਾਪਸ ਲੈ ਲਿਆ ਜਾਵੇ, ਤਾਂ ਫਿਰ ਕਿਉਂਕਿ ਮੈਂ ਕੱਲ੍ਹ ਵੀ ਜਥੇਦਾਰ ਅਕਾਲ ਤਖਤ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੂੰ ਬੋਲਦਾ ਸੁਣਿਆ ਵੀ ਜੋ ਕਿਸਾਨਾਂ ਦੀਆਂ ਵਾਜਬ ਮੰਗਾਂ ਆ, ਸਰਕਾਰ ਉਹਨਾਂ ਤੇ ਗੌਰ ਕਰੇ, ਉਹਨਾਂ ਦੇ ਤੁਰੰਤ ਹੱਲ ਕਰੇ, ਤੇ ਕਿਸਾਨ ਆਪੋ ਆਪਣੇ ਘਰਾਂ ਨੂੰ ਜਾਣ। ਤਾਂ ਉਹਨਾਂ ਦੀ ਗੱਲ ਹੁਣੇ ਹੀ ਉਹਨਾਂ ਨੇ ਤਰਕ ਦੇ ਦਿੱਤਾ ਹੋਇਆ। ਤੇ ਜੇ ਇਹ ਧਾਰਮਿਕ ਆਗੂਆਂ ਨੂੰ ਜਾਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਵਿੱਚ ਪਾਉਣ ਦੀ ਕੋਸ਼ਿਸ਼ ਕਰਦੇ ਆ, ਚੰਗੀ ਗੱਲ ਆ, ਮਸਲਾ ਹੱਲ ਹੋਣਾ ਚਾਹੀਦਾ, ਚਾਹੇ ਧਾਰਮਿਕ ਆਗੂਆਂ ਨਾਲ ਹੋਵੇ ਚਾਹੇ ਕਿਸੇ ਵੀ ਧਿਰ ਨਾਲ ਤੀਜੇ ਨਾਲ ਰਲ ਕੇ ਹੋਵੇ। ਇਹਨਾਂ ਨੂੰ ਲੱਗਾ ਵੀ ਹੁਣ ਸਾਡੀ ਗੱਲ ਸਿੱਧੀ ਬਣਦੀ ਨਹੀਂ, ਇਸ ਕਰਕੇ ਤੀਜੀ ਧਿਰ ਵੱਲ ਨੂੰ ਚੱਲੇ ਆ। ਤੀਜੀ ਧਿਰ ਇਹਨਾਂ ਨੇ ਧਾਰਮਿਕ ਚੁਣੀ ਆ। ਸਾਡੇ ਲਈ ਤਾਂ ਇਹ ਚਾਹੀਦਾ ਵੀ ਅਸੀਂ ਤਾਂ ਚਾਹੁੰਦੇ ਆ ਵੀ ਮਸਲਾ ਹੱਲ ਹੋਵੇ, ਕਿਸਾਨ ਖੁਸ਼ੀ ਆਪਣੀਆਂ ਮੰਗਾਂ ਮਨਵਾ ਕੇ, ਜੋ ਉਹਨਾਂ ਦੀਆਂ ਵਾਜਬ ਮੰਗਾਂ ਸਾਰੀਆਂ ਮਨਵਾ ਕੇ ਘਰਾਂ ਨੂੰ ਆਉਣ। ਸਾਰੀ ਦੁਨੀਆ ਹੀ ਇਹ ਚਾਹੁੰਦੀ ਆ। ਫਿਰ ਚਾਹੇ ਜਿੱਦਾਂ ਦਾ ਮਰਜ਼ੀ ਹੱਲ ਕਰਨ ਨੂੰ ਤੁਰ ਪੈਣ, ਜਿੱਦਾਂ ਦਾ ਮਰਜ਼ੀ ਰਾਹ ਲੱਭਣ ਜ਼ਰੂਰ ਕਰਨ ਜ਼ਰੂਰ, ਪਰ ਜਿੰਨਾ ਇਹ ਲੰਮਾ ਕਰਦੇ ਜਾਂਦੇ ਆ ਉਨਾ ਹੀ ਇਹ ਹਾਲਾਤ ਦੇ ਖਰਾਬ ਹੋਣ ਵੱਲ ਸੰਕੇਤ ਦੇ ਰਿਹਾ ਜੀ। ਸ਼ਰਮਾ ਜੀ, ਜਿਵੇਂ ਸ਼ੇਰਗਿੱਲ ਸਾਹਿਬ ਨੇ ਗੱਲ ਕੀਤੀ ਕਿ ਸਰਕਾਰ ਕੋਈ ਤੀਜੀ ਧਿਰ ਦੀ ਤਲਾਸ਼ 'ਚ ਆ, ਤੁਸੀਂ ਕੀ ਕਹਿਣਾ ਚਾਹੋਗੇ ਇਸ ਬਾਰੇ? ਜਿਹੜੀ ਤੀਜੀ ਧਿਰ ਦੀ ਸਰਕਾਰ ਦੀ ਤਲਾਸ਼ ਆ, ਉਹ ਸਿਰਫ ਔਰ ਸਿਰਫ ਇਹਨਾਂ 2-3 ਗੱਲਾਂ ਵੱਲ ਇਸ਼ਾਰਾ ਕਰਦੀ ਹੈ ਕਿ ਜਾਂ ਤਾਂ ਉਹ ਇਸ ਗੱਲ ਨੂੰ ਲਟਕਾਉਣਾ ਚਾਹੁੰਦੇ ਆ, ਜਾਂ ਉਹ ਜਿਹੜੀ ਗੇਂਦ ਆ ਉਹ ਕਿਸਾਨਾਂ ਦੇ ਪੱਖ 'ਚ ਸਿੱਟਣੀ ਚਾਹੁੰਦੇ ਆ, ਜਥੇਬੰਦੀਆਂ ਵਾਲੇ ਪਾਸੇ ਗੇਂਦ ਸਿੱਟਣੀ ਚਾਹੁੰਦੇ ਆ ਵੀ ਆਹ ਦੇਖੋ ਹੁਣ ਤੁਹਾਨੂੰ ਤੁਹਾਡੇ ਜਿਹੜੇ ਧਾਰਮਿਕ ਆਗੂ ਉਹ ਕੀ ਕਹਿ ਰਹੇ ਨੇ। ਮੈਨੂੰ ਬਿਲਕੁਲ ਸ਼ੇਰਗਿੱਲ ਸਾਹਿਬ ਨਾਲ ਬਿਲਕੁਲ ਸਹਿਮਤੀ ਆ ਕਿ ਮੈਨੂੰ ਨਹੀਂ ਲੱਗਦਾ ਕਿ ਇਹ ਜਥੇਦਾਰ ਸਾਹਿਬ ਅਕਾਲ ਤਖਤ ਜਾਂ ਕੋਈ ਹੋਰ ਧਾਰਮਿਕ ਲੀਡਰ ਕਿਸਾਨਾਂ ਦੀ ਗੱਲ ਨੂੰ ਗਲਤ ਸਿੱਧ ਕਰੂਗਾ ਅੱਜ ਜਾਂ ਭਲਕੇ। ਜਿਹੜੀ ਕਿਸੇ ਤੀਜੀ ਧਿਰ ਦੀ ਗੱਲ ਸੀ, ਉਹ ਸਭ ਤੋਂ ਵਧੀਆ ਤਰੀਕਾ ਸੀ ਸੁਪਰੀਮ ਕੋਰਟ ਨੇ ਜਿਹੜਾ ਇਹਨਾਂ ਨੂੰ ਤੀਸਰਾ ਰਸਤਾ ਦੱਸਿਆ ਸੀ ਕਿ ਇਹਨਾਂ ਬਿੱਲਾਂ ਨੂੰ ਕੁਝ ਦਿਨਾਂ ਲਈ ਹੋਲਡ ਕਰ ਲਓ, ਕੁਝ ਟਾਈਮ ਲਈ ਟਾਲ ਲਓ,
ਉਦੋਂ ਸੋਲਿਸਿਟਰ ਜਨਰਲ ਨੇ ਕਿਹਾ ਸੀ ਕਿ ਇਹ ਨਹੀਂ ਹੋ ਸਕਦਾ ਜੀ। ਪਰ ਉਹ ਸਭ ਤੋਂ ਵਧੀਆ ਤਰੀਕਾ ਸੀ ਇਹਨਾਂ ਨੂੰ ਸਾਲ ਲਈ 6 ਮਹੀਨੇ ਲਈ ਇਹਨਾਂ ਬਿੱਲਾਂ ਨੂੰ ਵਾਪਸ ਲੈ ਲੈਂਦੇ, ਇੱਕ ਮੀਟਿੰਗ ਬਣਾ ਲੈਂਦੇ, ਇੱਕ ਕਮੇਟੀ ਬਣਾ ਲੈਂਦੇ, ਉਹਦੇ ਤੇ ਦੁਬਾਰਾ ਵਿਚਾਰ ਕਰਦੇ, ਕੁਝ ਨਵਾਂ ਬਣਾ ਲੈਂਦੇ, ਕੁਝ ਚੀਜ਼ਾਂ ਫਿਰ ਪ੍ਰਵਾਨਿਤ ਵੀ ਹੋ ਸਕਦੀਆਂ ਸੀ ਜੀ। ਜ਼ਰੂਰੀ ਨਹੀਂ ਹੁੰਦਾ ਕਿ ਤੁਸੀਂ ਅੱਜ ਜੋ ਕਰ ਰਹੇ ਆ ਉਹ ਕੱਲ ਨਹੀਂ ਕਰ ਸਕਦੇ। ਜਿਹੜੀ ਗੱਲ ਸੀ ਪਰ ਉਸ ਗੱਲ ਦੇ ਉੱਤੇ ਸਰਕਾਰ ਨੇ ਬਿਲਕੁਲ ਕੋਈ ਨੰਨਾ ਨਹੀਂ ਧਰਿਆ ਜੀ। ਜੇ ਉਸ ਸੁਪਰੀਮ ਕੋਰਟ ਵਾਲੀ ਤੀਜੀ ਧਿਰ ਦੀ ਗੱਲ ਮੰਨ ਲੈਂਦੇ ਤਾਂ ਉਹ ਜ਼ਿਆਦਾ ਚੰਗੀ ਸੀ ਜੀ। ਹੁਣ ਜਦੋਂ ਆਪਾਂ ਪੰਜਾਬ ਦੇ ਨਜ਼ਰੀਏ 'ਚੋਂ ਦੇਖੀਏ ਸਵਲੀਨ ਜੀ, ਤੁਹਾਡੇ ਲਈ ਜਾਂ ਮੇਰੇ ਲਈ ਜਾਂ ਆਮ ਲੋਕਾਂ ਲਈ ਕਿਸਾਨੀ ਮੁੱਦੇ ਬਹੁਤ ਇੰਪੋਰਟੈਂਟ ਨੇ ਜੀ। ਪਰ ਜਿਹੜੀਆਂ ਸਰਕਾਰਾਂ ਨੇ ਜਾਂ ਰਾਜਨੀਤਿਕ ਧਿਰਾਂ ਨੇ ਉਹਨਾਂ ਲਈ ਵੋਟਾਂ ਤੇ ਚੋਣਾਂ ਬੜੀਆਂ ਇੰਪੋਰਟੈਂਟ ਨੇ ਜੀ। ਪੰਜਾਬ ਦੇ ਸਾਰੇ ਹੀ ਦਾਰੋ-ਮਦਾਰ ਨੂੰ, ਪੰਜਾਬ ਦੇ ਸਾਰੇ ਹਾਲਾਤਾਂ ਨੂੰ ਸਾਰੀਆਂ ਸਿਆਸੀ ਧਿਰਾਂ ਆਉਣ ਵਾਲੀ ਫਰਵਰੀ ਦੇ ਵਿੱਚ ਦੇਖ ਰਹੀਆਂ। 22 ਫਰਵਰੀ 2022 ਦੀ ਜਿਹੜੀ ਅਗਲੇ ਸਾਲ ਦੀ ਫਰਵਰੀ ਜਦੋਂ ਇਲੈਕਸ਼ਨਸ ਹੋਣੀਆਂ, ਮੈਨੂੰ ਇਹ ਲੱਗਦਾ ਕਿ ਬੀਜੇਪੀ ਦਾ ਕੁਝ ਧਾਰਮਿਕ ਆਗੂਆਂ ਨੂੰ ਵਿੱਚ ਲੈ ਕੇ ਆਉਣਾ ਵੀ ਕਿਤੇ ਨਾ ਕਿਤੇ ਇਹਦੇ ਲਈ ਪਿੱਛੇ ਇਹਦੇ ਵਿੱਚ ਸਿਆਸਤ ਵੀ ਜ਼ਿੰਮੇਵਾਰ ਆ। ਕਿਉਂਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ, ਜਿੱਦਾਂ ਇਹਨਾਂ ਨੇ ਦੱਸਿਆ ਸ਼ੇਰਗਿੱਲ ਸਾਹਿਬ ਨੇ, ਕਿ ਬਹੁਤ ਸਤਿਕਾਰ ਆ ਅਕਾਲ ਤਖਤ ਦਾ ਵੀ, ਐਸਜੀਪੀਸੀ ਦਾ ਵੀ ਤੇ ਜਥੇਦਾਰ ਸਾਹਿਬ ਦਾ ਵੀ। ਪਰ ਉਹ ਇਸ ਗੱਲ ਲਈ ਕਿਵੇਂ ਸਹਿਮਤ ਹੋਣਗੇ? ਬਹੁਤ ਪੜ੍ਹੇ ਲਿਖੇ ਨੇ, ਬਹੁਤ ਦਾਨੇਸ਼ਵਰ ਲੋਕ ਨੇ, ਉਹ ਇਸ ਗੱਲ ਦੇ ਉੱਤੇ ਕਿੱਦਾਂ ਇਸ ਗੱਲ ਦੀ ਮੰਨ ਜਾਣਗੇ ਕਿ ਉਹ ਜਿਹੜੀ ਗੱਲ ਆ ਉਹ ਕਿਸਾਨਾਂ ਦੀ ਜਿਹੜੀ ਆ ਉਹ ਕਿਸਾਨ ਮੰਨ ਲੈਣ ਸਰਕਾਰ ਦੀ ਗੱਲ। ਇਹਨੂੰ ਥੋੜਾ ਜਿਹਾ ਦੂਜੇ ਰੂਪ 'ਚ ਦੇਖਿਆ ਜਾਵੇ ਤੇ ਇੱਕ ਸਮਾਂ ਹੁੰਦਾ ਸੀ ਜਦੋਂ ਵਿਆਹ ਜਿਹੜੇ ਆ ਉਹ ਮੀਡੀਏਟਰ ਨਾ ਹੁੰਦੇ ਸੀ ਜਾਂ ਵਿਚੋਲੇ ਨਾ ਹੁੰਦੇ ਸੀ। ਹੁਣ ਤੇ ਦੋਵੇਂ ਧਿਰਾਂ 9 ਵਾਰ ਤੇ ਸਾਹਮਣੇ ਬੈਠ ਹਟੀਆਂ। ਹੁਣ ਵਿਚੋਲਾ ਕੀ ਸਮਝਾਊਗਾ? ਕਿਹੜੀ ਗੱਲ ਦਾ ਉਹਲਾ ਰੱਖਿਆ ਜਾਊਗਾ? ਕਾਗਜ਼ ਤੇ ਲਿਖੇ ਹੋਏ ਕਾਨੂੰਨ ਨੇ, ਦੋਨਾਂ ਧਿਰਾਂ ਨੇ ਪੜ੍ਹੇ ਨੇ, ਦੋਨਾਂ ਧਿਰਾਂ ਨੇ ਵਾਚੇ ਨੇ, ਫਾਇਦੇ ਸਾਰਿਆਂ ਨੂੰ ਪਤਾ ਨੇ, ਨੁਕਸਾਨ ਸਾਰਿਆਂ ਨੂੰ ਪਤਾ ਨੇ। ਇਹ ਸਿਰਫ ਟਾਲ ਮਟੋਲ ਦੀ ਰਾਜਨੀਤੀ ਆ, ਮੈਨੂੰ ਲੱਗਦਾ ਇਸ ਤੋਂ ਇਲਾਵਾ ਹੋਰ ਕੁਝ ਨਹੀਂ। ਸਰਕਾਰ ਦੀ ਗਲਤਫਹਿਮੀ ਆ ਪੰਜਾਬ ਨੂੰ ਆਈਸੋਲੇਟ ਕਰਕੇ ਰੱਖਣਾ। ਪਤਾ ਨਹੀਂ ਉਹਨਾਂ ਦੇ ਦਿਮਾਗ 'ਚ ਕਿਉਂ ਇਹੋ ਜਿਹਾ ਚੱਲ ਰਿਹਾ। ਪੰਜਾਬ ਨੂੰ, ਸਿੱਖਾਂ ਨੂੰ ਇਸ ਤਰੀਕੇ ਨਾਲ ਦੂਰ ਕੀਤਾ ਜਾ ਰਿਹਾ ਸਰਕਾਰ ਵੱਲੋਂ। ਬਿਲਕੁਲ, ਜਦ ਕਿ ਉਹਨਾਂ ਨੂੰ ਇਹ ਸੋਚਣਾ ਚਾਹੀਦਾ ਵੀ ਇਹ ਦੇਸ਼ ਦਾ ਹਿੱਸਾ ਆ। ਤੁਸੀਂ ਦੇਖਿਆ ਹੋਣਾ ਵੀ ਜਿੱਥੇ ਵੀ ਮੋਰਚੇ ਲੱਗੇ ਆ, ਜਿੱਥੇ ਵੀ ਟਰੈਕਟਰ ਮਾਰਚ, ਰੈਲੀਆਂ, ਪ੍ਰਦਰਸ਼ਨ, ਧਰਨੇ ਚੱਲੇ ਆ, ਜੇ ਕਿਸਾਨ ਜਥੇਬੰਦੀਆਂ ਦੇ ਝੰਡੇ ਆ ਤਾਂ ਉੱਥੇ ਤਿਰੰਗਾ ਜ਼ਰੂਰ ਗੱਡਿਆ ਗਿਆ। ਤਿਰੰਗਾ ਬਹੁਤ ਜ਼ਿਆਦਾ ਗਿਣਤੀ 'ਚ ਲਹਿਰਾਇਆ ਗਿਆ ਆ। ਇਸ ਗੱਲ ਨੂੰ ਹੀ ਸਮਝਣਾ ਚਾਹੀਦਾ ਵੀ ਇਹ ਸਾਡੇ ਹੀ ਬੰਦੇ ਆ, ਸਾਡਾ ਹੀ ਇਹ ਹਿੱਸਾ ਆ ਦੇਸ਼ ਦਾ। ਪਰ ਜਿਸ ਤਰੀਕੇ ਨਾਲ ਇਹਨਾਂ ਦਾ ਅੜੀਅਲ ਰਵੱਈਆ ਹੈ, ਇਹ ਆਈਸੋਲੇਟ ਕਰ ਰਿਹਾ ਆ ਪੰਜਾਬ ਨੂੰ ਵੀ ਔਰ ਸਿੱਖਾਂ ਨੂੰ ਵੀ। ਇਹ ਦੂਰ ਜਾ ਰਹੇ ਇਹਨਾਂ ਤੋਂ, ਇਹ ਹੋਣਾ ਨਹੀਂ ਚਾਹੀਦਾ। ਇਹ ਬਹੁਤ ਹੀ ਮਾੜਾ ਸੰਕੇਤ ਹੈ ਜੀ। ਗੱਲਬਾਤ ਦਾ ਦੌਰ ਇਸੇ ਤਰ੍ਹਾਂ ਜਾਰੀ ਰਹੇਗਾ, ਪਰ ਹੁਣ ਵੇਲਾ ਹੋ ਗਿਆ ਇੱਕ ਛੋਟੀ ਜਿਹੀ ਬ੍ਰੇਕ ਦਾ। ਪ੍ਰੋਗਰਾਮ ਦੇ ਅਖੀਰਲੇ ਹਿੱਸੇ ਵਿੱਚ ਵਿਚਾਰ ਚਰਚਾ ਦੇਖ ਰਹੇ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ। ਸ਼ਰਮਾ ਜੀ, ਗੱਲ ਕਰਦੇ ਹਾਂ ਪੰਜਾਬ ਦੀ ਸਿਆਸਤ ਦੀ। ਇਹ ਪਤਾ ਨਹੀਂ ਕਿਹੜੇ ਰਾਹੇ ਪੈ ਗਈ ਹੈ। ਸੁਖਬੀਰ ਬਾਦਲ ਨੇ ਕਹਿਤਾ ਵੀ ਜਿਹੜੇ ਕਿਸਾਨੀ ਮੋਰਚੇ 'ਚ ਜਿਹੜੇ ਕਿਸਾਨ ਸਾਡੇ ਨਾਲੋਂ ਵਿਛੜ ਚੁੱਕੇ ਨੇ, ਉਹਨਾਂ ਦੇ ਵਿੱਚੋਂ 40 ਸਾਡੇ ਸੀ। ਇਹ ਕਿਹੜੇ ਸਾਡੇ ਤੁਹਾਡੇ ਚੱਕਰਾਂ 'ਚ ਪੈ ਗਏ ਨੇ? ਇਹਨਾਂ ਦਾ ਜਿਹੜਾ ਮਾਨਸਿਕ ਤਵਾਜ਼ਨ ਹੈ ਨਾ, ਉਹ ਖਰਾਬ ਹੋ ਗਿਆ। ਕਿਉਂਕਿ ਇਹ ਲੋਕ ਆਦੀ ਨੇ ਸਟੇਜਾਂ ਤੇ ਰਹਿਣ ਦੇ ਤੇ ਪਿਛਲੇ 3.5 ਮਹੀਨਿਆਂ ਤੋਂ ਇਹਨਾਂ ਨੂੰ ਕਿਸੇ ਨੇ ਪੁੱਛਿਆ ਨਹੀਂ। ਇਹਨਾਂ ਨੂੰ ਕੋਈ ਸਟੇਜ ਨਹੀਂ ਸਾਂਝੀ ਕਰਨ ਦੇ ਰਿਹਾ, ਚਾਹੇ ਉਹ ਕਿਸਾਨ ਪੰਜਾਬ 'ਚ ਸੀ ਤੇ ਚਾਹੇ ਹੁਣ ਦਿੱਲੀ 'ਚ ਨੇ। ਇੱਥੇ ਹੁਣ ਇਹ ਆਪਣੀ ਰੈਲੀ ਕੋਈ ਕਰ ਨਹੀਂ ਸਕਦੇ ਤੇ ਹੋਰ ਕਿਤੇ ਇਹਨਾਂ ਨੂੰ ਕੋਈ ਮੌਕਾ ਨਹੀਂ ਮਿਲਦਾ। ਆਪਸ ਦੇ ਵਿੱਚ ਮੀਟਿੰਗਾਂ ਜ਼ਰੂਰ ਕਰਦੇ ਨੇ ਕਿਤੇ ਨਾ ਕਿਤੇ, ਕਦੇ ਜਥੇਬੰਦਕ ਢਾਂਚਾ ਉਲੀਕਦੇ ਨੇ, ਕਦੀ ਕਿਸੇ ਨੂੰ ਪ੍ਰਧਾਨਗੀਆਂ ਦਿੰਦੇ ਨੇ, ਕਦੀ ਕੁਝ ਕਰਦੇ ਨੇ। ਇਸ ਤੋਂ ਇਹੋ ਜਿਹੀ ਪਹਿਲਾਂ ਹੀ ਗੱਲ ਬੀਬੀ ਜਗੀਰ ਕੌਰ ਵੀ ਕਹਿ ਚੁੱਕੇ ਨੇ ਕਿ ਜਿਹੜੇ ਉੱਥੇ ਲੋਕ ਨੇ ਉਹ ਅਸੀਂ ਭੇਜੇ ਨੇ। ਹੁਣ ਇਸ ਗੱਲ ਨੂੰ ਜਦੋਂ ਫਿਰ ਦੁਬਾਰਾ ਇਹਨਾਂ ਤੋਂ ਪੁੱਛਿਆ ਜਾਂਦਾ ਕਿਸੇ ਤਰੀਕੇ ਨਾਲ, ਸਹੀ ਤਰੀਕੇ ਨਾਲ ਸਾਹਮਣੇ ਬਿਠਾ ਕੇ ਜਾਂ ਪ੍ਰੈਸ ਕਾਨਫਰੰਸ, ਫਿਰ ਇਹ ਕਹਿੰਦੇ ਨੇ ਕਿ ਉਹ ਸਾਡੇ ਜਿਹੜੇ ਬਿਆਨ ਸੀ ਉਹਨੂੰ ਤੋੜ ਮੋੜ ਕੇ ਪੇਸ਼ ਕੀਤਾ ਗਿਆ। ਜੋ ਹਾਲਾਤ ਬਣੇ ਹੋਏ ਨੇ, ਮੈਂ ਇਹ ਵਾਰ-ਵਾਰ ਇਹ ਗੱਲ ਕਹਿ ਚੁੱਕਾ ਕਿ ਸਾਡੀਆਂ ਸਾਰੀਆਂ ਸਿਆਸੀ ਧਿਰਾਂ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਵੀ ਲੋਕਾਂ ਨੇ ਤੁਹਾਨੂੰ ਕਿਵੇਂ ਨਕਾਰਿਆ। ਇੱਦਾਂ ਦੇ ਪੁਰਾਣੇ ਕੱਪੜੇ ਨੂੰ ਵੀ ਲਾਹ ਕੇ ਨਹੀਂ ਕੋਈ ਸੁੱਟਦਾ ਜਿੱਦਾਂ ਸਿਆਸੀ ਧਿਰਾਂ ਨੂੰ ਸਿੱਟਿਆ ਹੋਇਆ ਸਾਰੀਆਂ ਦੀਆਂ ਨੂੰ। ਇਕੱਲੇ ਪੰਜਾਬ ਦੇ ਵਿੱਚ ਨਹੀਂ, ਬਾਕੀ ਸਟੇਟਾਂ ਦੇ ਵਿੱਚ ਵੀ ਇਹੀ ਹਾਲ ਬਣਿਆ ਹੋਇਆ। ਜਦੋਂ ਚਾਹੇ ਉਹ MSP ਦੀ ਗੱਲ ਹੁੰਦੀ ਨੇ ਤੇ ਉਹ ਆਪਣੇ ਲੋਕ ਲੀਡਰਾਂ ਨੂੰ ਪੁੱਛਦੇ ਨੇ ਕਿ ਸਾਡੇ ਨਾਲ ਇਹੋ ਜਿਹਾ ਕਿਉਂ ਹੋ ਰਿਹਾ। ਅਸੀਂ ਵੱਖ-ਵੱਖ ਸਟੇਟਾਂ ਦੀਆਂ ਖਬਰਾਂ ਪੜ੍ਹਦੇ ਹਾਂ, ਬਹੁਤ ਸਾਰੀਆਂ ਚੀਜ਼ਾਂ ਦੇਖਦੇ ਨੇ। ਸੁਖਬੀਰ ਸਿੰਘ ਬਾਦਲ ਜਦੋਂ ਇਹ ਗੱਲ ਕਹਿੰਦੇ ਨੇ ਕਿ ਜਿੰਨੇ ਉੱਥੇ ਲੋਕ ਹੁਣ ਤੱਕ 50, 60 ਜਾਂ 67 ਮਰੇ ਨੇ, ਉਹਨਾਂ ਦੇ ਵਿੱਚੋਂ 40 ਮੇਰੇ ਨੇ, ਇਹਨਾਂ ਨੂੰ ਕੋਈ ਪੁੱਛਿਆ ਜਾਵੇ ਭਲਿਆ ਮਾਨਸਾ ਤੂੰ ਪੰਜਾਬ ਦਾ ਡਿਪਟੀ ਮੁੱਖ ਮੰਤਰੀ ਰਿਹਾ ਤੇ ਬਾਕੀ ਕਿਹਦੇ ਨੇ? ਕਿਹੜੇ ਹਾਜ਼ਰੀ ਰਜਿਸਟਰ ਨਾਲ ਲਾ ਕੇ ਇਹ ਗੱਲ ਕਹਿ ਰਿਹਾ? ਇਹਨਾਂ ਨੂੰ ਇਹੋ ਜਿਹਾ ਬੋਲਣ ਤੋਂ ਪਹਿਲਾਂ ਸੋਚਣਾ ਚਾਹੀਦਾ। ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਲੋਕ ਤੁਹਾਨੂੰ ਕਿੱਥੇ ਬਿਠਾ ਕੇ ਬੈਠੇ ਨੇ। ਜੇ ਤੁਹਾਨੂੰ ਪੰਜਾਬ ਦੀ 5 ਵਾਰ ਹਕੂਮਤ ਦਿੱਤੀ ਜਾ ਸਕਦੀ ਆ ਤੇ ਤੁਹਾਨੂੰ ਹੋਰ ਵੀ ਕੁਝ ਦਿੱਤਾ ਜਾ ਸਕਦਾ। ਜੇ ਤੁਹਾਨੂੰ ਅਰਬਾਂ ਖਰਬਾਂ ਰੁਪਈਏ ਦਿੱਤੇ ਜਾ ਸਕਦੇ ਨੇ ਤੇ ਤੁਹਾਨੂੰ ਇਹ ਸਟੇਟ ਦੇ ਵਿੱਚੋਂ ਇਹ ਲੋਕ ਜਿਹੜੇ ਨੇ ਬਾਹਰ ਵੀ ਕੱਢ ਸਕਦੇ ਨੇ। ਮੈਂ ਪਹਿਲਾਂ ਵੀ ਇਹ ਗੱਲ ਕੀਤੀ ਸੀ ਕਿ 70ਵਿਆਂ ਦੇ ਵਿੱਚ ਜਦੋਂ ਇੰਦਰਾ ਗਾਂਧੀ ਦੀ ਤੂਤੀ ਬੋਲਦੀ ਸੀ ਤੇ ਉਹਨੂੰ ਵੀ ਇਹੋ ਹੀ ਲੱਗਦਾ ਸੀਗਾ ਕਿ ਮੇਰੀ ਬਾਂਹ ਨਹੀਂ ਕਿਸੇ ਨੇ ਮੋੜਨੀ। ਤੇ ਇੱਕ ਝੋਲਾ ਲੈ ਕੇ ਬੰਦਾ JP ਆਇਆ ਸੀ ਤੇ ਪੂਰੇ ਮੁਲਕ ਦੀ ਜਿਹੜੀ ਤਕਦੀਰ ਬਦਲ ਗਈ ਸੀ। ਤਕਦੀਰ ਨਹੀਂ ਬਦਲ ਗਈ ਸੀ, ਤਸਵੀਰ ਬਦਲ ਗਈ ਸੀ। ਹਾਲਾਂਕਿ ਕੋਸ਼ਿਸ਼ ਤੇ ਤਕਦੀਰ ਬਦਲਣ ਦੀ ਸੀ, ਪਰ ਤਸਵੀਰ ਜ਼ਰੂਰ ਬਦਲ ਗਈ ਸੀ। ਤੇ ਇਹ
ਕੀ ਸੋਚ ਕੇ ਕਹਿ ਰਹੇ ਨੇ, ਸਿਰਫ ਔਰ ਸਿਰਫ ਇਹਨਾਂ ਦੇ ਮਾਨਸਿਕ ਦਿਵਾਲੀਏਪਣ ਦੀ ਨਿਸ਼ਾਨੀ। ਜੀ ਤੁਸੀਂ ਮਰੇ ਲੋਕਾਂ ਨੂੰ ਵੀ ਇਹ ਕਹਿ ਰਹੇ ਆ ਕਿ ਉਹ ਮੇਰੇ ਨੇ ਤੇ ਦੂਜੇ ਬਾਕੀ 17 ਕਿਹਦੇ ਨੇ। ਬਿਲਕੁਲ। ਕਿੰਨਾ ਚੰਗਾ ਹੁੰਦਾ ਜੇ ਕਹਿੰਦੇ ਕਿ ਸਾਰੇ ਪੰਜਾਬ ਦੇ ਲੋਕਾਂ ਨੇ ਸ਼ਹਾਦਤ ਦਿੱਤੀ ਆ ਤੇ ਅਸੀਂ ਉਹਨਾਂ ਦਾ ਨਮਨ ਕਰਦੇ ਹਾਂ, ਜਾਂ ਅਸੀਂ ਉਹਨਾਂ ਦਾ ਮਾਣ ਰੱਖਦੇ ਹਾਂ, ਜਾਂ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਹੋਰ ਲੋਕਾਂ ਨੂੰ ਨਾ ਮਰਨ ਦਿੱਤਾ ਜਾਵੇ। ਕੀ ਸੋਚ ਕੇ ਇਹ ਗੱਲ ਕਹਿ ਰਹੇ ਨੇ, ਇਹਦੇ ਬਾਰੇ ਸਿਰਫ ਸੁਖਬੀਰ ਹੀ ਦੱਸ ਸਕਦਾ, ਹੋਰ ਕਿਸੇ ਨੂੰ ਨਹੀਂ ਪਤਾ। ਪਰ ਜੋ ਵੀ ਇਹ ਕਹਿ ਰਹੇ ਨੇ ਇਹ ਸਿਰਫ ਔਰ ਸਿਰਫ ਸ਼ਰਮਨਾਕ ਹੈ। ਜੀ ਜੀ, ਇਹਦਾ ਕੋਈ ਤੋਕੀ ਨਹੀਂ ਬਣਦੀ ਇਹ ਗੱਲ ਕਹਿਣ ਦੀ। ਜੀ ਜੀ। ਸ਼ੇਰਗਿੱਲ ਸਾਹਿਬ, ਜਿਹੜਾ ਪੰਜਾਬ ਦੀ ਸਿਆਸਤ ਦਾ ਚਿਹਰਾ ਨੰਗਾ ਹੋ ਰਿਹਾ, ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਸਿਆਸਤ ਸ਼ੁਰੂ ਤੋਂ ਹੀ ਹੁੰਦੀ ਆਈ ਆ ਤੇ ਕਿਸਾਨੀ ਮਸਲੇ ਨੂੰ ਲੈ ਕੇ ਹੁਣ ਵੀ ਸਿਆਸਤ ਹੀ ਹੋ ਰਹੀ ਆ ਜੀ। ਦੇਖੋ, ਇੱਕ ਪਾਸੇ ਤਾਂ ਆਪਣਾ ਭਵਿੱਖ ਔਰ ਪੰਜਾਬ ਦੀ ਜ਼ਮੀਨ ਬਚਾਉਣ ਲਈ ਲੱਖਾਂ ਹੀ ਲੋਕ ਉੱਥੇ ਕੜਾਕੇ ਦੀ ਠੰਡ ਵਿੱਚ, ਮੀਂਹ ਦੇ ਵਿੱਚ ਇਸ ਵੇਲੇ ਪੂਰੀ ਤਰ੍ਹਾਂ ਨਾਲ ਡਟ ਕੇ ਖੜੇ ਆ। ਬਿਲਕੁਲ। ਹੌਸਲੇ ਬੁਲੰਦ ਆ। ਦੂਜੇ ਪਾਸੇ ਸਿਆਸਤ ਇਹੋ ਜਿਹੀ ਹੋ ਰਹੀ ਆ ਕਿ ਆਉਂਦੀਆਂ ਚੋਣਾਂ ਦੀ ਤਿਆਰੀ ਹੋ ਰਹੀ ਆ ਜੀ। ਇਹ ਜਿਹੜੇ ਸੁਖਬੀਰ ਜਿੱਥੇ ਵੀ ਜਾਂਦਾ ਆ, ਉਹ ਹੁਣ ਨਗਰ ਨਿਗਮ ਚੋਣਾਂ, ਨਗਰ ਕੌਂਸਲ ਚੋਣਾਂ, ਨਗਰ ਪੰਚਾਇਤ ਚੋਣਾਂ ਆ ਰਹੀਆਂ, ਜਿਹਦੀ ਸੰਭਾਵਨਾ ਫਰਵਰੀ ਦੇ ਮਿਡ 'ਚ ਹੋ ਜਾਵੇ, ਉਹਦੀ ਤਿਆਰੀ ਹੋ ਰਹੀ ਆ। ਉੱਥੇ ਮੀਟਿੰਗਾਂ ਹੋ ਰਹੀਆਂ, ਸਾਰਾ ਕੁਝ ਕਰ ਰਹੇ ਆ ਜੀ। ਕਿੰਨਾ ਚੰਗਾ ਹੁੰਦਾ ਜੇ ਸਰਕਾਰ ਨੂੰ ਆਪ ਹੀ ਕਹਿ ਦਿੰਦੇ ਬਈ ਸਾਡਾ ਤਾਂ ਸਾਰਾ ਕਿਸਾਨ, ਸਾਡਾ ਭਾਈਚਾਰਾ, ਸਾਡੇ ਘਰ ਦੇ ਲੋਕ ਜਿਹੜੇ ਉਹ ਇਸ ਵੇਲੇ ਠੰਡ ਦੇ ਵਿੱਚ ਉੱਥੇ ਮਰ ਰਹੇ ਆ, ਆਪਣੀ ਹੋਂਦ ਬਚਾਉਣ ਲਈ ਲੜ ਰਹੇ ਆ, ਤੇ ਇਹ ਸਾਨੂੰ ਚੋਣਾਂ ਦੀ ਕੋਈ ਲੋੜ ਨਹੀਂ ਹੈਗੀ, ਇਹਨੂੰ ਪੋਸਟਪੋਨ ਕਰੋ, ਜਿੱਦਾਂ ਦੀ ਮਰਜ਼ੀ ਕਰੋ, ਸਾਨੂੰ ਨਹੀਂ ਚਾਹੀਦੀਆਂ ਲੋੜਾਂ, ਸਾਨੂੰ ਨਹੀਂ ਚੋਣਾਂ ਚਾਹੀਦੀਆਂ, ਤੁਸੀਂ ਵੀ ਨਹੀਂ ਲੜੋ ਤਾਂ ਅਸੀਂ ਵੀ ਨਹੀਂ ਲੜਦੇ। ਗੱਲ ਤਾਂ ਇਹ ਬਣਦੀ ਆ। ਪਰ ਇਹਨਾਂ ਨੂੰ ਕੋਈ ਫਿਕਰ ਨਹੀਂ, ਕਿਉਂਕਿ 70 ਸਾਲ ਪਹਿਲਾਂ ਨਹੀਂ ਕਿਸੇ ਨੂੰ ਫਿਕਰ ਸੀਗਾ, ਤਾਂ ਹੁਣ ਨਵਾਂ ਕਿੱਥੋਂ ਫਿਕਰ ਜਾਗ ਪੈਣਾ। ਤੁਸੀਂ ਜਿਹੜੀ ਗੱਲ ਕਹੀ 40 ਦੀ, ਉਹ ਠੀਕ ਹੈ ਸ਼ਰਮਾ ਜੀ, ਬਈ ਉੱਥੇ ਫੌਤ ਜਿਹੜੇ ਹੋ ਗਏ, ਉਹ 70 ਤੋਂ ਵੱਧ ਕਿਸਾਨਾਂ ਦੀ ਗਿਣਤੀ ਬਣਦੀ ਆ। ਤੇ ਜੇ 40 ਇਹਨਾਂ ਦੇ ਆ ਤਾਂ ਬਾਕੀ ਕਿਹੜਾ ਵੀ ਝਾਰਖੰਡ ਤੋਂ ਜਾਂ ਬਿਹਾਰ ਤੋਂ ਆਏ ਸੀ। ਜੇ ਝਾਰਖੰਡ ਬਿਹਾਰ ਤੋਂ ਆਏ ਵੀ ਹੋਣ ਤਾਂ ਦੇਸ਼ ਤਾਂ ਆਪਣਾ ਆ, ਉਹ ਵੀ ਆਪਣੇ ਹੀ ਗਿਣੇ ਜਾਂਦੇ ਆ। ਇਹ ਤਾਂ ਫਿਰ ਐ ਹੋਇਆ ਵੀ ਤੁਸੀਂ 4 ਜਿਹੜੇ ਅਮਰੀਕਾ 'ਚ ਮਰੇ ਉਹਨਾਂ ਲਈ ਤੁਸੀਂ ਅਫਸੋਸ ਕਰ ਲਓ, ਵੀ ਉਹ ਸਾਡੇ ਸੀਗੇ, ਜਿਹੜੇ ਸਾਡੇ 70 ਵਾਲੇ, ਇਹਨਾਂ ਦੀ ਗਿਣਤੀ ਕੋਈ ਨਹੀਂ। ਸੋ ਇਹਨਾਂ ਦਾ ਜਿਹੜਾ ਤਵਾਜ਼ਨ ਵਿਗੜਨਾ ਉਹ ਕੁਦਰਤੀ ਆ, ਕਿਉਂਕਿ ਇਸ ਵੇਲੇ ਇਹਨਾਂ ਨੂੰ ਮੂੰਹ ਕੋਈ ਨਹੀਂ ਲਾ ਰਿਹਾ। ਜਿੱਥੇ ਵੀ ਜਾਂਦੇ ਆ ਵਿਰੋਧ ਹੋ ਰਿਹਾ। ਤੁਸੀਂ ਜਾ ਕੇ ਦੇਖੋ ਵੀ ਜਿਹੜੇ ਪੰਜਾਬ ਦੇ ਭਾਜਪਾ ਦੇ ਆਗੂ ਜਾ ਕੇ ਦਿੱਲੀ, ਜੇ ਆਪਾਂ ਕਹੀਏ ਨਾ ਵੀ ਸੁਰਜੀਤ ਕੁਮਾਰ ਜਿਆਣੀ ਤੇ ਹਰਜੀਤ ਗਰੇਵਾਲ ਪ੍ਰਧਾਨ ਮੰਤਰੀ ਨੂੰ ਮਿਲ ਕੇ ਆਏ ਤਾਂ ਅਮਿਤ ਸ਼ਾਹ ਨੂੰ ਮਿਲ ਕੇ ਆਏ, ਉਹ ਕਿਸਾਨ ਮਸਲਿਆਂ ਲਈ ਨਹੀਂ ਮਿਲ ਕੇ ਆਏ, ਉਹ ਇਸ ਮਸਲੇ ਨੂੰ ਮਿਲ ਕੇ ਆਏ ਵੀ ਸਾਨੂੰ ਤਾਂ ਕੁੱਟ ਪੈ ਰਹੀ ਹੈ ਉੱਥੇ, ਸਾਨੂੰ ਬਚਾਓ ਕਿਸੇ ਤਰੀਕੇ ਨਾਲ। ਉਹ ਇਹਨਾਂ ਗੱਲਾਂ ਨੂੰ ਮਿਲ ਕੇ ਆਏ। ਫਿਰ ਇਹਦੇ ਵਿੱਚ ਕੋਈ ਸੱਚਾਈ ਵੀ ਹੈ ਨਹੀਂ, ਤੁਹਾਡੀ ਕੋਈ ਫੋਟੋ ਨਸ਼ਰ ਨਹੀਂ ਹੋਈ ਮੀਡੀਆ 'ਚ, ਤੁਹਾਡੀ ਕੋਈ ਗੱਲ ਨਹੀਂ ਆਈ ਪ੍ਰਧਾਨ ਮੰਤਰੀ ਨੇ ਕੀ ਕਿਹਾ, ਤੁਸੀਂ ਆਪ ਹੀ ਮਿਲ ਕੇ ਆ ਜਾਂਦੇ ਆ, ਆਪ ਹੀ ਆ ਕੇ ਬਾਹਰ ਗੱਲ ਕਰ ਦਿੰਦੇ ਆ। ਤੁਹਾਨੂੰ ਨਾ ਤਾਂ ਕੋਈ ਬੁਲਾਇਆ ਹੁੰਦਾ ਕਿਸੇ ਨੇ, ਜਾਂ ਤਾਂ ਕਹੋ ਵੀ ਅਮਿਤ ਸ਼ਾਹ ਨੇ ਬੁਲਾਇਆ ਤੁਹਾਨੂੰ, ਜਾਂ ਕੋਈ ਪ੍ਰਧਾਨ ਮੰਤਰੀ ਸਾਹਿਬ ਨੇ ਬੁਲਾਇਆ ਤੁਹਾਨੂੰ, ਆਪ ਹੀ ਚਲੇ ਗਏ ਮਿਲਣ ਨੂੰ। ਅੱਜ ਉਹਨਾਂ ਨੂੰ ਮਿਲਣਾ ਜੀ, ਕਿਉਂ ਮਿਲਣਾ ਪਤਾ ਕੁਛ ਨਹੀਂ। ਆ ਕੇ ਬਹੁਤ ਸੁਖਾਵੇਂ ਮਾਹੌਲ 'ਚ ਹੋਈ ਆ ਜੀ ਕਿਸਾਨ ਜਿੱਦ ਛੱਡਣ, ਤੇ ਗੱਲ ਤਾਂ ਉੱਥੇ ਹੀ ਰਹਿ ਗਈ। ਤੁਸੀਂ ਨਵਾਂ ਕੀ ਕਰਕੇ ਆਏ ਜਾ ਕੇ ਅੰਦਰ, ਜਿਹੜੇ ਮਿਲਣ ਗਏ ਸੀਗੇ, ਕਿਹਨੂੰ ਕਹਿ ਕੇ, ਕਿਹਨੂੰ ਦੱਸ ਕੇ, ਕਿਹਨੂੰ ਪੁੱਛ ਕੇ ਮਿਲਣ ਗਏ ਸੀਗੇ? ਤੁਸੀਂ ਜੇ ਵਿਚੋਲਗੀ ਕਰਨੀ ਚਾਹੁੰਦੇ ਆ ਤਾਂ ਤਰੀਕੇ ਨਾਲ ਕਰੋ, ਗੱਲ ਦੱਸੋ ਵੀ ਹਾਂ ਵੀ ਅਸੀਂ ਪ੍ਰਧਾਨ ਮੰਤਰੀ ਤੋਂ ਟਾਈਮ ਲੈ ਕੇ ਦਿੰਨੇ ਆ, ਤੁਸੀਂ ਮਿਲੋ ਚੱਲ ਕੇ। ਗੱਲ ਤਾਂ ਸਵਾਦ ਉਸ ਗੱਲ ਦਾ ਆ, ਜੇ ਤੁਹਾਡੀ ਪ੍ਰਧਾਨ ਮੰਤਰੀ ਜਾਂ ਤੁਹਾਡਾ ਜਿਹੜਾ ਗ੍ਰਹਿ ਮੰਤਰੀ ਤੁਹਾਡੀ ਇੰਨੀ ਸੁਣਦਾ ਆ, ਉਹਦੇ ਨਾਲ ਟਾਈਮ ਫਿਕਸ ਕਰੋ, ਇੱਥੋਂ ਲਓ ਆਗੂ ਕਿਸਾਨਾਂ ਦੇ ਨਾਲ, ਕਹੋ ਜੀ ਅਸੀਂ ਤੁਹਾਡੀ ਸਿੱਧੀ ਗੱਲਬਾਤ ਕਰਾਉਣੇ ਤੁਹਾਨੂੰ, ਜੇ ਮੰਤਰੀਆਂ ਤੇ ਸਾਡੇ ਦਾ ਨਹੀਂ ਭਰੋਸਾ। ਉਹ ਗੱਲ ਤਾਂ ਕਰਨੀ ਨਹੀਂ, ਆਪ ਹੀ ਜਾ ਕੇ ਮਿਲੇ ਉਹਨੇ, ਆਪ ਹੀ ਚੁੱਪ ਕੀਤੇ ਬਾਹਰ ਆ ਜਾਂਦੇ। ਬਾਹਰ ਆ ਕੇ ਕਹਿੰਦੇ ਬਹੁਤ ਸੁਖਾਵੇਂ ਮਾਹੌਲ 'ਚ ਹੋਈ, ਵੀ ਤੁਹਾਡੀ ਮੀਟਿੰਗ ਕੋ ਤੈਅ ਸੀਗੀ ਜਿਹੜੀ ਇਸ ਗੱਲ ਨੂੰ ਵੀ ਹਾਂ ਵੀ ਸੁਖਾਵੇਂ ਮਾਹੌਲ 'ਚ ਹੋਣੀ ਸੀ। ਸੋ ਇਹਨਾਂ ਪਾਰਟੀਆਂ ਨੂੰ ਹੁਣ ਕੋਈ ਜ਼ਮੀਨ ਨਹੀਂ ਲੱਭ ਰਹੀ, ਕਿੱਧਰ ਨੂੰ ਜਾਣਾ, ਕੀ ਕਰਨਾ, ਤੇ ਆਉਣ ਵਾਲੇ ਸਮੇਂ ਦੇ ਵਿੱਚ ਆਪਣੀਆਂ ਜਿਹੜੀਆਂ ਚੋਣਾਂ ਦੀਆਂ ਤਿਆਰੀਆਂ ਕਰ ਰਹੇ ਆ, ਜੋ ਮੇਰੇ ਹਿਸਾਬ ਨਾਲ, ਮੇਰੇ ਜਿਹੜੇ ਸੁਭਾਅ ਨਾਲ ਉਹ ਹੋਣਾ ਨਹੀਂ ਚਾਹੀਦਾ। ਕਿਉਂਕਿ ਇਸ ਵੇਲੇ ਜਿਹੜਾ ਸਾਰਾ ਜ਼ੋਰ, ਸਾਰਾ ਫੋਕਸ ਕੇਵਲ ਤੇ ਕੇਵਲ ਕਿਸਾਨੀ ਤੇ ਹੋਣਾ ਚਾਹੀਦਾ। ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਕਈ ਵਾਰੀ ਕਹਿ ਚੁੱਕਾ ਕਿ ਪੰਜਾਬ ਦੀ ਨਹੀਂ, ਪੂਰੇ ਦੇਸ਼ ਦੇ ਜਿਹੜੇ ਸਿਆਸੀ ਸਮੀਕਰਨ ਉਹ ਬਦਲਣ ਵਾਲੇ ਆ, ਖਾਸ ਕਰ ਪੰਜਾਬ ਦੇ ਤੇ ਜ਼ਿਆਦਾ ਬਦਲਣਗੇ। ਇਹਨਾਂ ਦੇ ਉਧਰ ਫੋਕਸ ਕੋਈ ਨਹੀਂ ਹੈਗਾ। ਮਤਲਬ ਕਹਿਣ ਦਾ ਵੀ ਤੁਸੀਂ ਸਾਨੂੰ ਮੂੰਹ ਨਹੀਂ ਲਾਉਂਦਾ ਤਾਂ ਅਸੀਂ ਵੀ ਆਪਣੀ ਤਿਆਰੀਆਂ ਆਪ ਹੀ ਕਰੀ ਜਾਂਦੇ ਆ, ਐਸ਼ ਕਰੋ ਤੁਸੀਂ ਤਾਂ ਅਸੀਂ ਵੀ ਕਰਦੇ ਆ। ਇਹ ਇਹਨਾਂ ਸਿਆਸੀ ਬੰਦਿਆਂ ਦੇ ਮੰਤਵ ਰਹਿ ਗਿਆ ਸਰ ਜੀ। ਸੁਖਬੀਰ ਜੀ, ਇੱਕ ਛੋਟੀ ਜਿਹੀ ਗੱਲ ਐਡ ਕਰਨੀ ਆ। ਕੱਲ ਮੈਂ ਕਿਤੇ ਸੋਸ਼ਲ ਮੀਡੀਆ ਤੇ ਇੱਕ ਗੱਲ ਦੇਖੀ ਸੀ, ਕਿਤੇ ਲਿਖੀ ਹੋਈ ਕਿ ਓਨੀ ਟੌਰ ਹੁਣ ਲਾਲ ਬੱਤੀ ਦੀ ਨਹੀਂ ਜਿੰਨੀ ਗੱਡੀ ਦੇ ਲੱਗੇ ਹੋਏ ਕਿਸਾਨੀ ਝੰਡੇ ਦੀ। ਜੀ ਜੀ, ਬੜੀ ਛੋਟੀ ਜੀ ਗੱਲ ਆ, ਪਰ ਇਹਦੇ ਜਿਹੜੇ ਅਰਥ ਨੇ ਉਹ ਬਹੁਤ ਵਿਸ਼ਾਲ ਨੇ। ਇਹ ਸਾਡੀਆਂ ਜਿਹੜੀਆਂ ਸਿਆਸੀ ਧਿਰਾਂ ਆ ਸਾਰੀਆਂ, ਇਹਨਾਂ ਨੂੰ ਇਹ ਗੱਲ ਸੋਚਣੀ ਪਊਗੀ ਕਿ ਸੱਚੀ ਗੱਲ ਆ ਇਹ। ਇਸ ਵੇਲੇ ਕੋਈ ਵੀ ਬੰਦਾ ਪੰਜਾਬ ਦਾ, ਚਾਹੇ ਉਹ ਕਿਸੇ ਵੀ ਪਾਰਟੀ ਦਾ ਹੋਵੇ, ਕਿਉਂਕਿ ਆਫਟਰ ਆਲ ਤਾਂ ਅਸੀਂ ਪੰਜਾਬੀਆਂ ਤੇ ਕਿਸੇ ਨਾ ਕਿਸੇ ਪਾਰਟੀ ਨਾਲ ਜੁੜੇ ਜ਼ਰੂਰ ਹੋਏ ਆ, ਪਰ ਉਹ ਆਪਣੀ ਗੱਡੀ ਦੇ ਉੱਤੇ ਜਾਂ ਆਪਣੇ ਘਰ ਦੇ ਉੱਤੇ ਕਿਸੇ ਵੀ ਪਾਰਟੀ ਦਾ ਝੰਡਾ ਲਾਉਣ ਨੂੰ ਤਿਆਰ ਨਹੀਂ, ਸਿਰਫ ਔਰ ਸਿਰਫ ਕਿਸਾਨ ਕਹਾਉਣ ਨੂੰ ਤਿਆਰ ਹੈ। ਇਹ ਹਾਲੇ ਵੀ ਉਹੀ ਗੱਲਾਂ ਕਰੀ ਜਾਂਦੇ, ਇਹਨਾਂ ਦੇ ਜ਼ਿਹਨ ਦੇ ਵਿੱਚੋਂ ਵੋਟਾਂ, ਸਿਆਸਤ, ਤਾਕਤ, ਸੱਤਾ
ਨਿਕਲਦੀ ਨਹੀਂ ਇਹਨਾਂ ਦੇ ਕਿਸੇ ਦੇ ਦਿਮਾਗ ਦੇ ਵਿੱਚ ਵੀ ਪੰਜਾਬੀਅਤ ਜਾਂ ਕਿਸਾਨੀ ਦੀ ਗੱਲ ਨਹੀਂ ਰਹੀ। ਜੀ ਜੀ, ਸੋਸ਼ਲ ਮੀਡੀਆ ਤੇ ਵੀ ਕਹਿ ਰਹੇ ਨਾ ਕਿ ਕਿਸਾਨ ਬ੍ਰਾਂਡ ਬਣ ਗਿਆ ਆ। ਬਿਲਕੁਲ ਬਣ ਗਿਆ ਜੀ, ਬਣ ਗਿਆ, ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈਗਾ। ਹਰੇਕ ਦੁਨੀਆ ਦੇ ਵਿੱਚ ਵੀ ਕਿਤੇ ਵੀ ਆ, ਤੁਸੀਂ ਮੈਂ ਇੱਕ ਦੇਖ ਰਿਹਾ ਸੀਗਾ ਵੀ ਉਹ ਕਿਹੜੀ ਪਹਾੜੀ ਦੇ ਉੱਤੇ ਜਾ ਕੇ ਇੱਕ ਆਪਣੇ ਨੌਜਵਾਨ ਮੁੰਡੇ ਨੇ ਕਿਸਾਨੀ ਦਾ ਝੰਡਾ ਕੱਢ ਦਿੱਤਾ। ਦੇਖੋ ਉਦੋਂ ਫਖਰ ਹੁੰਦਾ ਸੀ ਕੋਈ ਤਿਰੰਗਾ ਕੱਢਦਾ ਸੀ ਜਾ ਕੇ, ਜੀ ਜੀ, ਹੁਣ ਫਖਰ ਉਹ ਤੋਂ ਦੁੱਗਣਾ ਹੋ ਰਿਹਾ ਜਦੋਂ ਕਿਸਾਨੀ ਦਾ ਹਰੇ ਰੰਗ ਦਾ ਝੰਡਾ ਕੱਢਦਾ ਜਾ ਕੇ। ਇਹ ਇੱਕ ਨਵੀਂ ਲਹਿਰ ਚੱਲੀ ਆ ਜੀ, ਨਵੀਂ ਜਾਗਰੂਕਤਾ ਆ ਜਿਹੜੀ ਕਿ ਇਹ ਕਿਸਾਨੀ ਅੰਦੋਲਨ ਨੇ ਲੈ ਕੇ ਆਈ ਆ। ਹਰੇਕ ਬੰਦਾ ਚਾਹੁੰਦਾ ਵੀ ਮੈਂ ਕਿਸਾਨ ਹਾਂ, ਬੇਸ਼ੱਕ ਉਹਦੇ ਕੋਲ ਜ਼ਮੀਨ ਹੈ ਨਹੀਂ, ਪਰ ਉਹ ਆਪਣੇ ਆਪ ਨੂੰ ਕਹਿੰਦਾ ਮੇਰੇ ਕੋਲ ਜ਼ਮੀਰ ਹੈਗੀ ਆ। ਉਹ ਜ਼ਮੀਰ ਦੀ ਆਵਾਜ਼ ਨਾਲ ਹੀ ਚੱਲਣ ਡਿਆ, ਜਿਹਦੇ ਕਰਕੇ ਜਿਹੜੀ ਕਿਸਾਨਾਂ ਦੇ ਹੌਸਲੇ ਹੋਰ ਬੁਲੰਦ ਹੋ ਰਹੇ ਆ ਔਰ ਉਹਨਾਂ ਨੂੰ ਕਹਿੰਦੇ ਆ ਵੀ ਤੁਸੀਂ ਡਟ ਕੇ ਰਹਿਣਾ, ਅਸੀਂ ਤੁਹਾਡੇ ਪਿੱਛੇ ਖੜੇ ਆ ਜੀ। ਇਸੇ ਨੂੰ ਲੈ ਕੇ ਜਿਹੜੀ 26 ਤਰੀਕ ਦੀ ਇਹਨਾਂ ਦੀ ਟਰੈਕਟਰ ਪਰੇਡ ਚੱਲਣੀ ਆ, ਉਹਦੇ ਵਿੱਚ ਤੁਸੀਂ ਦੇਖਿਓ ਵੀ ਉਹਨਾਂ ਆਗੂਆਂ ਦਾ ਜ਼ੋਰ ਨਹੀਂ ਲੱਗਾ ਹੋਇਆ ਜਿੰਨਾ ਨੌਜਵਾਨਾਂ ਦਾ ਲੱਗਾ ਹੋਇਆ ਵੀ ਅਸੀਂ ਉੱਥੇ ਜਾ ਕੇ ਆਪਣੀ ਹੋਂਦ ਦਰਸਾਉਣੀ ਆ ਜੀ। ਉੱਥੇ ਇਹ ਨਹੀਂ ਆ ਵੀ 1-2 ਟਰੈਕਟਰ ਜਾਣਗੇ, ਉੱਥੇ ਉਹ ਗਿਣਤੀ ਦੱਸਦੇ ਲੱਖ। ਮੈਨੂੰ ਤਾਂ ਲੱਗਦਾ ਵੀ ਜੇ ਸਾਰੇ ਪੰਜਾਬ ਤੋਂ ਹੀ ਚਲੇ ਜਾਣ ਟਰੈਕਟਰ ਤੇ ਉੱਥੇ ਗਿਣਤੀ ਅਣਗਿਣਤ ਹੋ ਜਾਣੀ। ਬਿਲਕੁਲ। ਔਰ ਇਹਨਾਂ ਸਰਕਾਰ ਨੂੰ ਵੀ ਸਮਝ ਨਹੀਂ ਲੱਗਣੀ ਵੀ ਇੰਨੇ ਟਰੈਕਟਰ ਤਾਂ ਅਸੀਂ ਕਦੇ ਵੈਸੇ ਰਜਿਸਟ੍ਰੇਸ਼ਨ ਨਹੀਂ ਦੇਖੀ, ਭਾਈ ਨੇ ਟਰੈਕਟਰ ਆ ਕਿੱਥੋਂ ਗਏ, ਸਾਂਭੇ ਵੀ ਨਹੀਂ ਜਾਣੇ। ਸੋ ਉਸ ਗੱਲ ਨੂੰ ਤਿਆਰੀ ਲੈ ਕੇ ਕਰ ਰਹੇ ਆ। ਸੋ ਇਹ ਜਿਹੜੀ ਜਾਗਰੂਕਤਾ ਨੌਜਵਾਨਾਂ 'ਚ ਆਈ ਆ, ਮੈਂ ਅੱਗੇ ਵੀ ਕਹਿੰਦਾ ਹੁੰਦਾ ਵੀ ਇਹ ਪ੍ਰਧਾਨ ਮੰਤਰੀ ਦਾ ਧੰਨਵਾਦ ਜ਼ਰੂਰ ਇਸ ਗੱਲ ਲਈ ਕਰਨਾ ਚਾਹੀਦਾ ਵੀ ਤੁਸੀਂ ਜਿਹੜੀ ਆ ਗੱਲ ਕੀਤੀ ਹੈ, ਇਹਦੇ ਨਾਲ ਘੱਟੋ ਘੱਟ ਪੰਜਾਬ ਸਿਆਂ ਜਾਗ ਪਿਆ। ਤੂੰ ਇਹ ਜਾਗਣ ਵਾਲੀ ਗੱਲ ਜਿਹੜੀ ਕੀਤੀ ਹੈ ਉਹ ਪ੍ਰਧਾਨ ਮੰਤਰੀ ਕਰਕੇ ਹੀ ਹੋਈ ਆ, ਵਰਨਾ ਹੋਣੀ ਨਹੀਂ ਸੀਗੀ। ਹੋ ਸਕਦਾ ਅਜੇ 30 ਸਾਲ ਲੰਘ ਗਏ ਸੀਗੇ ਜਾਗਣ 'ਚ, ਸਾਲ ਖੰਡ 2 ਸਾਲ 5 ਸਾਲ ਹੋਰ ਲੰਘ ਜਾਂਦੇ, ਪਰ ਕੋਈ ਵੇਲਾ ਹੁੰਦਾ ਜਦੋਂ ਕਿਸੇ ਚੀਜ਼ ਨੇ ਲਹਿਰ ਬਣਨਾ ਹੁੰਦਾ। ਉਹ ਹੁਣ ਇਸ ਵੇਲੇ ਲਹਿਰ ਜਿਹੜੀ ਆ ਉਹ ਕਿਸਾਨੀ ਅੰਦੋਲਨ ਦੀ ਹੀ ਬਣੀ ਹੋਈ ਹੈ। ਜੀ। ਬੜੀ ਛੋਟੀ ਜੀ ਗੱਲ ਐਡ ਆ ਕਿ ਕੱਲਾ ਪੰਜਾਬ ਹੀ ਨਹੀਂ ਜਾਗਿਆ, ਹਰਿਆਣਾ ਹੀ ਨਹੀਂ ਜਾਗਿਆ, ਸਾਰੇ ਮੁਲਕ ਦੇ ਕਿਸਾਨ ਜਾਗੇ ਨੇ। ਭਾਵੇਂ ਉਹਨਾਂ ਦੀ ਜਾਗਣ ਦੀ ਰਫ਼ਤਾਰ ਥੋੜੀ ਘੱਟ ਹੋਵੇਗੀ ਜਾਂ ਲੋਕ ਹਾਲੇ ਘੱਟ ਸਮਝਣਗੇ ਗੱਲ ਨੂੰ, ਪਰ ਸਮਝ ਹੁਣ ਸਾਰੇ ਗਏ। ਇੱਕ ਲੋਕ ਲਹਿਰ ਆ, ਇਹ ਸਮਾਜਵਾਦ ਤੋਂ ਵੀ ਅੱਗੇ ਲੋਕਵਾਦ ਦੀ ਗੱਲ ਹੋਗੀ ਜੀ। ਸ਼ੇਰਗਿੱਲ ਸਾਹਿਬ, ਕਿਸਾਨੀ ਘੋਲ ਦੀ ਸਾਰਾ ਆਲਮ ਹੀ ਇਸ ਵੇਲੇ ਹਮਾਇਤ ਕਰ ਰਿਹਾ ਆ। ਕੱਲਾ ਭਾਰਤ ਨਹੀਂ, ਵਿਦੇਸ਼ਾਂ ਦੇ ਲੀਡਰ ਵੀ ਕਹਿ ਰਹੇ ਨੇ ਮੋਦੀ ਜੀ ਨੂੰ ਕਿ ਸੋਚੋ ਕਿਸਾਨਾਂ ਦਾ ਮਸਲਾ ਹੱਲ ਕਰੋ। ਇਹਦੇ ਬਾਰੇ ਸਾਡੇ ਦਰਸ਼ਕਾਂ ਨੂੰ ਦੱਸੋ। ਬਿਲਕੁਲ ਜੀ, ਇਹ ਗੱਲ ਚੱਲੀ ਆ ਤਾਂ ਮੈਂ ਗੱਲ ਖੋਲਦੇ ਹਾਂ ਵੀ ਇੰਗਲੈਂਡ ਦੇ ਵਿੱਚ ਪਹਿਲਾਂ ਕੁਝ MP ਸੀਗੇ ਜਿਨ੍ਹਾਂ ਨੇ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਣਾਂ ਨੇ ਇੰਗਲੈਂਡ ਦੇ ਪ੍ਰਧਾਨ ਮੰਤਰੀ ਨੂੰ ਸੱਦਾ ਦਿੱਤਾ ਸੀ ਗਣਤੰਤਰ ਦਿਵਸ ਦਾ, ਉਹਨਾਂ ਨੇ ਸਵੀਕਾਰ ਵੀ ਕਰ ਲਿਆ ਸੀ ਵੀ ਮੈਂ ਆਊਂਗਾ। ਉਦੋਂ ਹੀ ਉੱਥੋਂ ਜਿਹੜੇ MP ਆ, ਜਿਹੜੇ ਕਿਸਾਨ ਹਿਤੈਸ਼ੀ ਆ, ਉਹਨਾਂ ਨੇ ਲੌਬਿੰਗ ਕਰਨੀ ਸ਼ੁਰੂ ਕਰਤੀ ਸੀਗੀ ਵੀ ਤੁਸੀਂ ਉਸ ਗਣਤੰਤਰ ਦੇ ਸਮਾਗਮ 'ਚ ਮੁੱਖ ਮਹਿਮਾਨ ਨਹੀਂ ਬਣਨਾ। ਕਿਉਂਕਿ ਉੱਥੇ ਕਿਸਾਨਾਂ ਨਾਲ ਇਹ ਵਰਤਾਅ ਹੋ ਰਿਹਾ, ਕਿਸਾਨਾਂ ਦੀ ਗੱਲ ਸੁਣੀ ਨਹੀਂ ਜਾ ਰਹੀ ਆ, ਉਹਨਾਂ ਨੂੰ ਉੱਥੇ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ, ਸੋ ਤੁਸੀਂ ਇਸ ਦੇ ਵਿੱਚ ਜਾਣਾ ਨਹੀਂ। ਖੈਰ, ਉਹ ਜਦੋਂ ਚੱਲਦਾ ਚਲਾਉਂਦਾ ਕੰਮ ਕਰੋਨਾ ਤੇ ਅੜ ਗਿਆ। ਕਰੋਨਾ ਕਰਕੇ ਕਹਿ ਲਓ, ਚਾਹੇ ਲਾਕਡਾਊਨ ਕਰਕੇ, ਤਾਲਾਬੰਦੀ ਕਹਿ ਕੇ ਉਹਨਾਂ ਨੂੰ ਉਹ ਦੌਰਾ ਰੱਦ ਕਰਨਾ ਪਿਆ। ਹੁਣ ਫਿਰ ਉੱਥੋਂ ਜਿਹੜੇ ਘੱਟੋ ਘੱਟ ਮੇਰੇ ਨੋਟਿਸ 'ਚ ਆਇਆ ਵੀ 100 MP ਆ ਜਿਹੜੇ ਜਿਨ੍ਹਾਂ ਦੀ ਅਗਵਾਈ ਆਪਣੇ ਤਨਮਨਜੀਤ ਸਿੰਘ ਢੇਸੀ ਹੁਣੀ ਕਰ ਰਹੇ ਆ, ਜਲੰਧਰ ਦੇ ਜੰਪਲਿਆ ਜ਼ਿਲ੍ਹੇ ਦੇ, ਉਹਨਾਂ ਨੇ 100 MPਆਂ ਨੇ ਲੈਟਰ ਲਿਖਿਆ ਹੈ ਵੀ ਬੋਰਿਸ ਜੌਨਸਨ ਉਹਨਾਂ ਨੂੰ ਵੀ ਤੁਸੀਂ ਇਹ ਮਸਲਾ ਜਿਹੜਾ ਆਪਦੇ ਲੈਵਲ ਤੇ ਭਾਰਤ ਦੇ ਪ੍ਰਧਾਨ ਮੰਤਰੀ ਨਾਲ ਉਠਾਓ ਵੀ ਇਹ ਕਿਸਾਨੀ ਦਾ ਮਸਲਾ ਹੱਲ ਕੀਤਾ ਜਾਵੇ, ਕਿਸਾਨਾਂ ਦੀ ਗੱਲ ਸੁਣੀ ਜਾਵੇ, ਕਿਸਾਨਾਂ ਦੀਆਂ ਮੰਗਾਂ ਮੰਨੀਆਂ ਜਾਣ। ਇਹ ਬਹੁਤ ਵੱਡੀ ਗੱਲ ਹੁੰਦੀ ਆ। ਇਹਦੇ ਵਿੱਚ ਜਿਹੜੀ ਇੰਗਲੈਂਡ ਹੀ ਨਹੀਂ, ਹੁਣ ਤੁਸੀਂ ਆਉਂਦੇ ਸਮੇਂ ਦੇ ਵਿੱਚ ਦੇਖਿਓ, ਹਾਲੇ ਰਾਸ਼ਟਰਪਤੀ ਅਮਰੀਕਾ ਦੇ ਨੇ ਸਹੁੰ ਚੁੱਕਣੀ ਆ, ਉਹਦੇ ਵਿੱਚ ਵੀ ਉੱਥੋਂ ਦੇ MP ਵੀ ਚਿੰਤਤ ਆ। ਕੈਨੇਡਾ ਦੇ MPਆਂ ਨੇ ਵੀ ਚਿੰਤਾ ਜ਼ਾਹਰ ਕੀਤੀ ਵੀ ਸਾਡੇ ਹਲਕੇ ਦੇ ਲੋਕ ਜਿਹੜੇ ਆ, ਉਹਨਾਂ ਦੇ ਸਕੇ ਸੰਬੰਧੀ ਭਰਾ ਭੈਣ ਰਿਸ਼ਤੇਦਾਰ ਪੰਜਾਬ ਰਹਿੰਦੇ ਆ, ਉਸ ਗੱਲ ਨੂੰ ਲੈ ਕੇ ਚਿੰਤਤ ਆ ਵੀ ਪੰਜਾਬ ਦੇ ਹਾਲਾਤ ਕਿੱਧਰ ਨੂੰ ਜਾ ਰਹੇ ਆ। ਸੋ ਇਹ ਮਸਲਾ ਜਲਦੀ ਤੋਂ ਜਲਦੀ ਹੱਲ ਹੋਣਾ ਚਾਹੀਦਾ। ਇਹ ਵਿਦੇਸ਼ਾਂ ਵਿੱਚ ਵੀ ਪੂਰਾ ਤਰ੍ਹਾਂ ਦਬਾਅ ਪੈਣਾ ਸ਼ੁਰੂ ਹੋਇਆ ਆ, ਪਹਿਲਾਂ ਤੋਂ ਪੈਂਦਾ ਆ ਰਿਹਾ, ਹੋਰ ਵੱਧ ਰਿਹਾ, ਪ੍ਰਦਰਸ਼ਨ ਬਹੁਤ ਹੋ ਰਹੇ ਆ। ਸਾਡੇ ਭਾਰਤ ਦੇ ਦੂਤ ਘਰਾਂ ਦੇ ਐਮਬੈਸੀਆਂ ਦੇ ਮੂਹਰੇ ਪ੍ਰਦਰਸ਼ਨ ਹੋ ਰਹੇ ਆ। ਸੋ ਇਹ ਕੁੱਲ ਮਿਲਾ ਕੇ ਦਬਾਅ ਬਣਦਾ ਆ। ਜੇ ਸਰਕਾਰ ਉਹਨਾਂ ਦੀ ਗੱਲ ਮੰਨ ਲਵੇ ਤਾਂ ਚੰਗੀ ਗੱਲ ਹੈ ਜੀ। ਹੁਣ ਸਮਾਂ ਸਾਨੂੰ ਇੱਥੇ ਰੁਕਣ ਲਈ ਆਖ ਰਿਹਾ ਹੈ। ਸਾਡੇ ਮਾਹਿਰ ਮਹਿਮਾਨਾਂ ਨੇ ਬੜੇ ਸੁਚੱਜੇ ਢੰਗ ਨਾਲ ਸਾਡੇ ਦਰਸ਼ਕਾਂ ਦੇ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਨੇ ਤੇ ਸਾਨੂੰ ਉਮੀਦ ਹੈ ਕਿ ਸਾਡਾ ਅੱਜ ਦਾ ਪ੍ਰੋਗਰਾਮ ਸਾਡੇ ਦਰਸ਼ਕਾਂ ਨੂੰ ਬਹੁਤ ਪਸੰਦ ਆਇਆ ਹੋਵੇਗਾ। ਸ਼ੁਕਰੀਆ ਸਰ, ਸਟੂਡੀਓ ਵਿੱਚ ਆਉਣ ਲਈ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ। ਇਸ ਦੇ ਨਾਲ ਹੀ ਮੈਨੂੰ ਸਵਲੀਨ ਕੌਰ ਜੱਸੜ ਨੂੰ ਦਿਓ ਆਗਿਆ। ਸਤਿ ਸ਼੍ਰੀ ਅਕਾਲ।